ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਕਮੈਂਟ ਦਿੰਦੇ ਹੋ ਫੇਸਬੁੱਕ 'ਤੇ ਵੀ ਅਤੇ ਯੂਟਿਊਬ 'ਤੇ ਵੀ। ਤੁਹਾਡਾ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ ਨੂੰ ਅਸੀਂ ਐਵਰੀ ਵੀਕਐਂਡ 'ਤੇ ਕਰਦੇ ਹਾਂ ਅਤੇ ਪੂਰਾ ਹਫਤਾ ਤੁਹਾਡੇ ਜਿਹੜੇ ਵਿਚਾਰ ਹੈ, ਤੁਹਾਡੇ ਕਮੈਂਟ, ਉਹਨਾਂ ਦੀ ਉਡੀਕ ਸਾਨੂੰ ਰਹਿੰਦੀ। ਬੜੀ ਚੰਗੀ ਗੱਲ ਹੈ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਵੱਲੋਂ ਕੀਤੀਆਂ ਗਈਆਂ ਹਲਕੀਆਂ ਫੁਲਕੀਆਂ ਕਦੀ ਕਦੀ ਸੰਜੀਦਾ ਗੱਲਾਂ ਨੂੰ ਹੁੰਗਾਰਾ ਭਰਦੇ ਹੋ। ਸੰਜੀਦਾ ਗੱਲਾਂ ਤਾਂ ਉਂਝ ਬੱਲ ਸਾਹਿਬ ਹੀ ਕਰਦੇ, ਬੱਲ ਅੰਮ੍ਰਿਤਸਰੀ ਸਾਹਿਬ। ਪਹਿਲਾਂ ਸਵਾਗਤ ਕਰ ਲਈਏ, ਫਿਰ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ ਬੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਸਾਰੇ ਦਰਸ਼ਕਾਂ ਨੂੰ। ਜਿਵੇਂ ਅਕਸਰ ਹੀ ਕਹਿੰਦਾ ਹੁੰਦਾ ਕਿ ਜਿਹੜੇ ਪੰਜਾਬੀ ਦਾ ਪ੍ਰੋਗਰਾਮ ਦੇਖਦੇ ਆ ਜੀ ਵਿਦੇਸ਼ਾਂ 'ਚ ਰਹਿ ਕੇ ਵੀ, ਅਤੇ ਇੰਡੀਆ ਵਾਲਿਆਂ ਨੂੰ ਇਸ ਕਰਕੇ ਕਿਉਂਕਿ ਤੁਹਾਡਾ ਪਿਆਰ ਆ ਜੀ, ਇਉਂ ਕਹੀਏ ਕਿ ਤੁਸੀਂ ਮਾਣ ਦਿੰਦੇ ਜੀ, ਅਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਆ ਸਾਡੇ ਵੱਲੋਂ ਜੀ ਕਿ ਤੁਸੀਂ ਵਾਇਸ ਆਫ ਇੰਡੀਆ ਤੋਂ ਪੰਜਾਬੀ ਦਾ ਪ੍ਰੋਗਰਾਮ ਦੇਖਦੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪੰਜਾਬ ਦੀ ਗੱਲ ਕੀਤੀ ਜੀ, ਪੰਜਾਬੀ ਦੀ ਗੱਲ ਕੀਤੀ। ਪੰਜਾਬੀ ਦੀ ਇੱਕ ਕਹਾਵਤ ਗਾਉਣ ਜਾ ਕੇ ਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਇੱਕ ਗਾਉਣ ਆ ਕਿ ਲੱਡੂ ਵੰਡ ਦੀ ਕਚਹਿਰੀ ਵਿੱਚੋਂ ਨਿਕਲਾਂ, ਹਾਂਜੀ। ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਪਹਿਲੀ ਪੇਸ਼ੀ ਛੁੱਟ ਗਿਆ ਸੀ, ਹਾਂਜੀ, ਹੁਣ ਪੰਗਾ ਪੈ ਗਿਆ। ਉਹ ਹੁੰਦਾ ਨਾ ਵੀ ਉਹ ਕਈ ਵਾਰ ਹੁੰਦਾ ਕਿ ਖੁਸ਼ੀ ਜਦੋਂ ਲੋੜ ਤੋਂ ਜ਼ਿਆਦਾ ਹੋ ਜੇ ਤੇ ਬੰਦਾ ਵੈਸੇ ਹੀ ਕਈ ਵਾਰ ਮਾਣ 'ਚ ਆ ਜਾਂਦਾ ਵੀ ਕੋਈ ਨਹੀਂ ਹੁਣ ਮੈਨੂੰ ਕੀ, ਕਿਉਂਕਿ ਸਿਆਣੇ ਕਹਿੰਦੇ ਕਿ ਤੁਸੀਂ ਜੋ ਮਰਜ਼ੀ ਬਣੋ ਰੱਬ ਨਾ ਬਣੋ। ਉਹ ਲੱਡੂਆਂ ਨੇ ਕੰਮ ਖਰਾਬ ਕੀਤਾ ਲੱਗਦਾ। ਨਹੀਂ, ਕਈ ਵਾਰ ਲੱਡੂਆਂ ਨੇ ਕੰਮ ਖਰਾਬ ਕੀਤਾ, ਕਈ ਵਾਰ ਸਾਥੀ ਇੱਧਰ ਉੱਧਰ ਦਾ ਜੋੜ ਮੇਲ ਵੀ ਖਰਾਬ ਕਰ ਦਿੰਦਾ। ਕਈ ਵਾਰ ਹੁੰਦਾ ਕਿ ਬੰਦਾ ਆਪ ਫਾਸੀ ਇੰਨੇ ਕੁ ਝਮੇਲਿਆਂ 'ਚ ਜਾਂਦਾ। ਅਸੀਂ ਗੱਲ ਜੀ ਨਵਜੋਤ ਸਿੱਧੂ ਦੀ ਕਰ ਰਹੇ ਹਾਂ। ਹਾਂਜੀ, ਕਿਉਂਕਿ ਕਈ ਵਾਰ ਬੰਦਾ ਫਾਸੀ ਇੰਨੇ ਕੁ ਝਮੇਲਿਆਂ 'ਚ ਜਾਂਦਾ ਕਿ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਪਿੱਛੇ, ਅੱਗੇ ਕੀ ਕਰਨਾ। ਉਹ ਝਮੇਲਿਆਂ ਦੇ ਵਿੱਚੋਂ ਕਈ ਵਾਰ ਸਮਾਂ ਇਸ ਤਰੀਕੇ ਨਾਲ ਲੰਘ ਜਾਂਦਾ ਕਿ ਜਦੋਂ ਬੰਦਾ ਫਿਰ ਦੁਬਾਰਾ ਫਸਦਾ ਨਾ, ਫਿਰ ਹਰ ਇੱਕ ਨੂੰ ਪਰੇਸ਼ਾਨੀ ਹੁੰਦੀ ਵੀ ਇਹ ਤੇ ਕੋਈ ਕੀ ਗੱਲ ਸੀ, ਜਦ ਕਿ ਉਹ ਗੱਲ 1988 ਦੀ ਆ। ਬੱਲੇ ਬੱਲੇ ਬੱਲੇ। ਉਦੋਂ ਮੈਂ ਫਾਰਮੇਸੀ ਤਕਰੀਬਨ ਪਾਸ ਆਊਟ ਕਰਨ ਉਸੇ ਸਾਲ ਕੀਤੀ, ਸ਼ਾਇਦ ਅਗਲੇ ਸਾਲ ਕੀਤੀ ਹੈ। ਉਦੋਂ ਦੀ ਗੱਲ ਆ, ਉਦੋਂ ਮੈਂ ਵੀ ਪਟਿਆਲੇ ਸੀ ਤੇ ਉਦੋਂ ਬੜਾ ਰੌਲਾ ਪਿਆ ਇਸ ਗੱਲ ਦਾ ਜੀ। ਕੋਈ ਕ੍ਰਿਕਟਰ ਆ ਜੀ, ਉਹਨੇ ਇਹਨੂੰ ਰੋਡ ਰੇਜ ਹੀ ਕਹਿੰਦੇ ਆ ਅੰਗਰੇਜ਼ੀ 'ਚ, ਪੰਜਾਬੀ 'ਚ ਤਾਂ ਕਹਿੰਦੇ ਜੀ ਝਗੜਾ ਹੋ ਗਿਆ ਜੀ ਉੱਥੇ ਸੜਕ ਤੇ, ਗੱਡੀ ਲਾਉਣ ਤੋਂ ਤੁਰੇ ਜਾਂਦਾ ਝਗੜਾ ਹੋ ਗਿਆ ਜੀ। ਗੱਡੀ ਲੱਗੀ, ਪਤਾ ਨਹੀਂ ਕੀ ਲੱਗਾ ਸੀ ਉਦੋਂ, ਤੇ ਉਹ ਕਹਿੰਦੇ ਕਿ ਸੁੰਨਮੁਖੀ ਕੀਤਾ। ਤੇ ਬਜ਼ੁਰਗ ਸੀਗੇ ਥੋੜੇ, ਉਹ ਵੀ ਚਲੋ ਜੋ ਥੋੜੇ ਨਹੀਂ, ਮਤਲਬ ਕਿ ਅਸੀਂ ਕਹਿ ਸਕਦੇ ਬਜ਼ੁਰਗ ਸੀਗੇ, ਲੇਕਿਨ ਇੱਧਰ ਥੋੜੀ ਜਿਹੀ ਜਵਾਨੀ ਇੱਕਦਮ ਚੜ੍ਹਦੀ ਸੀ ਤੇ ਉਹ ਡੈਥ ਹੋ ਗਈ ਉਹਨਾਂ ਦੀ। ਤੇ ਹੋਇਆ ਤੇ ਮਾੜਾ, ਬਿਲਕੁਲ ਜੀ, ਡੈਥ ਮਾੜੀ। ਬੰਦਾ ਮਰਨਾ ਤਾਂ ਮਾੜਾ ਹੀ, ਕੋਈ ਹਾਂਜੀ। ਇੱਧਰੋਂ ਜਵਾਨੀ ਦੇ ਜੋਸ਼ 'ਚ ਕਰ ਦਿੱਤਾ। ਮੁੜ ਕੇ ਕੀ ਹੋਇਆ ਕਿ ਉੱਧਰੋਂ ਸਿੱਧੂ ਸਾਹਿਬ ਦੇ ਫਾਦਰ ਸਾਹਿਬ ਵੀ ਪੋਲੀਟਿਕਸ ਸੀਗੇ, ਉਦੋਂ ਕਾਂਗਰਸ ਸੀਗੀ। ਹੌਲੀ ਹੌਲੀ ਚੱਲਦਾ ਲੋਅਰ ਕੋਰਟ ਤੋਂ ਸੈਸ਼ਨ ਤੋਂ ਹਾਈ ਕੋਰਟ, ਤੇ ਹਾਈ ਕੋਰਟ 'ਚ ਸਜ਼ਾ ਹੋ ਗਈ ਸੀ ਵੈਸੇ। 3 ਸਾਲਾਂ ਦੀ ਸਜ਼ਾ। ਹਾਂਜੀ, ਸਜ਼ਾ ਹੋ ਗਈ ਸੀ, ਲੇਕਿਨ ਗਾਂ ਸੁਪਰੀਮ ਕੋਰਟ 'ਚ ਕਹਿੰਦੇ ਆ ਕਿ ਹੁਣ ਸੁਪਰੀਮ ਕੋਰਟ 'ਚ ਜਦੋਂ ਸਜ਼ਾ ਹੋਈ ਉਦੋਂ ਬਾਅਦ ਗਾਂ ਫਿਰ ਪਲੀ ਪਾਈ ਗਈ ਆ ਪਰਿਵਾਰ ਵੱਲੋਂ। ਜਿਹੜੇ ਉਹ ਗੁਰਨਾਮ ਸਿੰਘ ਜਿਹਨਾਂ ਦੀ ਡੈਥ ਹੋਈ ਸੀ, ਬਜ਼ੁਰਗ, ਉਹਨਾਂ ਦੇ ਪਰਿਵਾਰ ਨੇ ਪਿੱਛਾ ਨਹੀਂ ਛੱਡਿਆ 31-32 ਸਾਲ। ਹਾਂਜੀ ਹਾਂਜੀ, ਠੀਕ ਹੈ ਜੀ। ਇੰਨੇ ਸਾਲਾਂ ਦੇ ਪਿੱਛੋਂ ਉਹ ਕਹਿੰਦੇ ਹੁਣ ਕਿ ਸਾਨੂੰ ਜੀ ਇਨਸਾਫ ਮਿਲ ਗਿਆ। ਇਹ ਇਨਸਾਫ ਕਿੱਦਾਂ ਮਿਲਿਆ ਹੈਗਾ? ਉਹ ਸਿੱਧੂ ਸਾਹਿਬ ਨੂੰ 1 ਸਾਲ ਦੀ ਕੈਦ ਬਾਮੁਸ਼ੱਕਤ ਦਾ ਮਤਲਬ ਵੀ ਹੁਣ ਤੁਹਾਨੂੰ ਉੱਥੇ ਜਾ ਕੇ ਕੰਮ ਕਰਨਾ ਪੈਣਾ। ਜਿਹੜਾ ਤੁਸੀਂ ਕਦੀ ਘਰ ਨਹੀਂ ਕੀਤਾ ਹੋਊਗਾ, ਉਹਨਾਂ ਨੇ ਉੱਥੇ ਉਹ ਕਰਵਾਉਣਾ ਤੁਹਾਡੇ ਕੋਲੋਂ। ਬਿਲਕੁਲ ਜੀ। ਨਾਲੇ ਵੇਖੋ, ਜੇ ਇੱਕ ਪਹਿਲਾਂ ਸੱਜਣ ਗਏ ਸੀਗੇ ਜਿਨ੍ਹਾਂ ਨੂੰ ਕਹਿੰਦੇ ਕਿ ਅਸੀਂ ਤੈਨੂੰ ਜੇਲ੍ਹ 'ਚ ਵਾੜਨਾ, ਤੇ ਉਹ ਕਹਿੰਦਾ ਕਿ ਮੈਂ ਤੈਨੂੰ ਵਾੜਨਾ, ਹੁਣ ਉੱਥੇ ਸ਼ੂਪ ਵਿਕੂਗਾ। ਹੁਣ ਵੇਖੋ ਉੱਥੇ ਸ਼ੂਪ ਮਿਲਦਾ ਕਿ ਨੂਡਲ ਮਿਲਦੇ, ਕੀ ਮਿਲਦਾ। ਅਸਲ ਪਤਾ ਕੀ ਸੀ ਭਾਜੀ, ਸੌਰੀ ਤੁਹਾਡੀ ਗੱਲ ਕੱਟੀ ਜਾਣੀ ਆ, ਜ਼ਿੰਦਗੀ 'ਚ ਅਸੀਂ ਉਹ ਕਹਿੰਦੇ ਕਿ ਕਦੀ ਵੀ ਜ਼ਿੰਦਗੀ 'ਚ ਕਿਸੇ ਵੀ ਚੀਜ਼ ਦਾ ਇੰਨਾ ਮਾਣ ਨਾ ਕਰੋ ਕਿ ਅਸੀਂ ਕਦੀ ਵੀ ਕਿਤੇ, ਕਿਉਂਕਿ ਰੱਬ ਦੇ ਰੰਗਾਂ ਦਾ ਪਤਾ ਹੀ ਕੋਈ ਨਹੀਂ ਜੀ, ਉਹਨੇ ਕਿਸੇ ਨੂੰ ਝੁਕ ਪੈਣਾ। ਉਹ ਤੇ ਕਈ ਵਾਰ ਪਰਮਾਤਮਾ ਨਾ ਕਰੇ ਤੁਸੀਂ ਤੁਰੇ ਜਾਂਦੇ, ਤੁਹਾਡੇ ਮਾੜੀ ਜਿਹੀ ਇੱਥੇ ਦਰਦ ਹੋਵੇ ਤੇ ਤੁਹਾਨੂੰ ਤਾਂ ਚਲੋ ਆਪਾਂ ਜਵਾਨ ਆ ਜਾਂ ਸੈੱਟ ਆ ਜਾਂ ਉਮਰ ਆ, ਕੋਈ ਗੱਲ ਨਹੀਂ, ਡਾਕਟਰ ਕੋਲ ਜਾਓ, ਹੋ ਸਕਦਾ ਕੀ ਨਿਕਲ ਆਵੇ। ਬਿਲਕੁਲ ਹੋ ਸਕਦਾ ਕਹਿੰਦੇ ਇਹ ਤਾਂ ਐਸਿਡਿਟੀ ਸੀ ਜੀ, ਥੋੜਾ ਜਿਹਾ ਤੇਜ਼ਾਬ ਬਣਿਆ, ਉਹਦੇ ਕਰਕੇ ਕੋਈ ਟੈਨਸ਼ਨ ਹੀ ਨਹੀਂ, ਜਾਂ ਕੋਈ ਬਹੁਤ ਸੀਰੀਅਸ ਸੀਗਾ ਤੁਸੀਂ ਬਚ ਗਏ। ਹੋ ਸਕੇ ਤੁਹਾਨੂੰ ਕੋਈ ਕਾਰਡੀਓਵੈਸਕੂਲਰ ਪ੍ਰੋਬਲਮ, ਕਾਰਡੀਓਵੈਸਕੂਲਰ ਮਤਲਬ ਕਿ ਹਾਰਟ ਦੀ, ਦਿਲ ਦੀ ਪ੍ਰੋਬਲਮ ਨਿਕਲ ਆਵੇ। ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਨਾ ਜੀ, ਉਹ ਇਹ ਆ ਕਿ ਰਾਜਨੀਤਿਕ ਤੌਰ ਤੇ ਇਹਨਾਂ ਦੇ ਬਰਾਬਰ ਦੀ ਧਿਰ ਜਿਹੜੀ ਸੀਗੀ ਉਹ ਬਿਕਰਮਜੀਤ ਸਿੰਘ ਮਜੀਠੀਆ ਸੀ। ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਧੂਆਂਧਾਰ ਭਾਸ਼ਣ ਦਿੱਤਾ, ਕੱਲਿਆਂ ਨੇ ਨੰਗੇ ਧੜ ਲੜਾਈ ਕੀਤੀ,
ਨਵਜੋਤ ਸਿੰਘ ਸਿੱਧੂ ਨੇ, ਹਾਂਜੀ ਔਰ ਉਹਨਾਂ ਨੇ ਕਿਹਾ ਕਿ ਮੈਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਹਰ ਹਾਲਤ ਜੇਲ੍ਹ ਦੇ ਸਿੱਖਾਂ ਦੇ ਪਿੱਛੇ ਭੇਜਣਾ ਹੀ ਭੇਜਣਾ, ਹਾਂਜੀ ਜੇਲ੍ਹ 'ਚ ਤਾੜਨਾ ਹੀ ਤਾੜਨਾ। ਹਾਂਜੀ ਬਿਨਾਂ ਸ਼ੱਕ ਇੱਦਾਂ ਹੀ ਹੋਇਆ ਵੀ ਇੱਦਾਂ ਠੀਕ ਹੈ ਜੀ। ਉਹਦਾ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਲੈ ਗਏ ਕਿ ਦੇਖੋ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਹਾਂਜੀ ਕਿ ਨਸ਼ਿਆਂ ਦਾ ਵਪਾਰੀ ਹੈ ਨਵਜੋਤ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ। ਹਾਂਜੀ ਇਹਦੇ ਤੇ ਜਿੰਨੀਆਂ ਕਮੇਟੀਆਂ ਬਣੀਆਂ, ਜਿੰਨੇ ਜਿਹੜੇ ਹੈਗੇ ਸੀਗੇ SIT ਬਣੀਆਂ ਹੈਗੀਆਂ, ਉਹਨਾਂ ਨੇ ਸਾਰਿਆਂ ਨੇ ਰਿਪੋਰਟ ਦਿੱਤੀ ਤੇ ਰਿਪੋਰਟ ਤੇ ਕਾਰਵਾਈ ਕਰਨ ਨੂੰ ਸਰਕਾਰ ਤਿਆਰ ਨਹੀਂ ਸੀ ਹੁੰਦੀ। ਮੈਂ ਦੇਖੋ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਬਲੀ ਲੈ ਲਈ, ਪਰ ਉਦੋਂ ਬਾਅਦ ਮੈਂ ਫਿਰ ਟਲਿਆ ਨਹੀਂ, ਬਿਕਰਮਜੀਤ ਸਿੰਘ ਮਜੀਠੀਆ ਨੂੰ ਅੰਦਰ ਕਰਕੇ ਹੀ ਛੱਡਿਆ। ਨਹੀਂ, ਇਹ ਵੀ ਦੁਨੀਆ ਦਾ ਸਭ ਤੋਂ ਗਲਤ ਫੈਕਟ ਆ। ਤੁਹਾਨੂੰ ਪਤਾ ਜਦੋਂ ਭੋਲਾ ਗ੍ਰਿਫਤਾਰ ਹੁੰਦਾ DSP ਭਲਵਾਨ, ਉਦੋਂ ਬਾਦਲਾਂ ਦੀ ਸਰਕਾਰ ਸੀਗੀ। ਹਾਂਜੀ ਹਾਂਜੀ। ਜਦੋਂ ਭੋਲਾ ਬਿਆਨ ਦਿੰਦਾ ਉਦੋਂ ਵੀ ਬਾਦਲਾਂ ਦੀ ਸਰਕਾਰ ਉਦੋਂ ਹੀ ਉਹ ਕਹਿੰਦਾ ਸੀ ਅਸਲ 'ਚ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਤਾਂ ਉਦੋਂ ਹੀ ਆਉਣ ਲੱਗ ਪਿਆ। ਉਦੋਂ ਹੀ ਬਾਦਲਾਂ ਦੀ ਸਰਕਾਰ ਸੀ। ਜਿਹੜੀ ਇਨੀਸ਼ੀਅਲ FIR ਹੁੰਦੀ ਹੈ, ਜਿਹਨੂੰ ਅਸੀਂ ਕੱਚੀ FIR ਕਹਿ ਦਿੰਦੇ ਕਈ ਵਾਰ, ਕਈ ਵਾਰ ਫਸਟ ਇਨਫੋਰਮੇਸ਼ਨ ਰਿਪੋਰਟ। FIR ਦਾ ਮਤਲਬ ਇਹ ਹੈ ਜੀ ਫਸਟ ਇਨਫੋਰਮੇਸ਼ਨ ਰਿਪੋਰਟ। ਬਿਲਕੁਲ, ਕਿਉਂਕਿ ਮੈਂ ਪੁਲਿਸ ਵਾਲਿਆਂ ਦੇ ਘਰ ਜੰਮਿਆ, ਮੈਨੂੰ ਸਾਰਾ ਪਤਾ ਹੈ। ਉਹ ਉਦੋਂ ਹੀ ਦਰਜ ਹੋ ਗਈ ਸੀਗੀ। ਹਾਂਜੀ, ਗੱਲ ਕੀ ਉਦੋਂ ਅਕਾਲੀ ਆਏ, ਉਹਨਾਂ ਦਾ ਰਾਜ ਸੀ। ਉਹਨਾਂ ਹੌਲੀ ਹੌਲੀ ਕੰਮ ਦੱਬ ਕੇ ਰੱਖਿਆ, ਦੱਬੀ ਦਾ ਰਿਹਾ ਜੇ ਉਹ। ਲੇਕਿਨ ਜਿਹੜੀ ਫਸਟ ਇਨਫੋਰਮੇਸ਼ਨ ਰਿਪੋਰਟ ਸੀ, ਉਹਦੀ ਕੋਰਟ ਦੇ ਵਿੱਚ ਭੋਲਾ ਕੀ ਕਹਿੰਦੇ ਉਹਨੇ ਬਿਆਨ ਦਰਜ ਕਰਾ ਚੁੱਕਾ ਸੀਗਾ। ਹਾਂਜੀ ਹਾਂਜੀ। ਉਹ ਕੋਰਟ ਦੇ ਵਿੱਚ ਉਹ ਚੀਜ਼ ਦਰਜ ਹੋ ਗਈ ਸੀ ਕਿ ਇਹ ਬੰਦਾ ਇਨਵੋਲਵ ਆ। ਗੱਲਾਂ ਤੇ ਗੱਪਾਂ ਮਾਰਨ ਨੂੰ ਸਿੱਧੂ ਸਾਹਿਬ ਵੀ ਮਾਰੀ ਜਾਣ, ਕੱਲ ਨੂੰ ਕੈਪਟਨ ਵੀ ਮਾਰੀ ਜਾਏਗਾ, ਕੱਲ ਨੂੰ ਭਗਵੰਤ ਮਾਨ ਸਾਹਿਬ ਵੀ ਮਾਰੀ ਜਾਣਗੇ ਵੀ ਅਸੀਂ ਆਹ ਕਰਾਤਾ ਜੇ ਕਰਾਤਾ। ਕਿਸੇ ਨੇ ਕੁਝ ਨਹੀਂ ਕੀਤਾ ਜੀ। ਕੋਰਟ ਦੀ ਇੱਕ ਪ੍ਰੋਪਰ ਪ੍ਰੋਸੈਸ ਚੱਲੀ ਸੀ, ਜਿਹੜੀ ਦੱਬੀ ਜਾਂਦੀ ਰਹੀ। ਪਹਿਲਾਂ ਅਕਾਲੀਆਂ ਦੱਬੀ, ਸਿੱਧੂ ਸਾਹਿਬ ਉਦੋਂ MP ਸੀਗੇ, ਸਰਕਾਰ ਅਕਾਲੀਆਂ ਦੀ ਸੀ। ਬਿਲਕੁਲ, ਇਹ ਨਾ ਕਹਿਣ ਵੀ ਅਸੀਂ ਉਦੋਂ ਕੁਛ ਨਹੀਂ ਸੀ ਜੇ। MLA ਸੀ, ਸੌਰੀ, ਉਦੋਂ ਇਹ MLA ਸੀ, ਸਰਕਾਰ ਅਕਾਲੀਆਂ। ਉਦੋਂ ਪਹਿਲਾਂ ਇਹ MP ਸੀਗੇ, ਉਦੋਂ ਵੀ ਸਰਕਾਰ ਅਕਾਲੀਆਂ ਦੀ ਸੀ। 10 ਸਾਲ ਅਕਾਲੀਆਂ ਰਹੇ, 5 ਸਾਲ ਫਿਰ ਕਾਂਗਰਸ ਰਹੀ। ਤੇ ਕਾਂਗਰਸ ਨੇ ਕੀ ਕੀਤਾ ਵੀ ਭਾਜੀ ਉਹ ਤਾਂ ਫਿਰ ਉਹ ਜਿਸ ਤਰ੍ਹਾਂ ਆਮ ਹੀ ਲੋਕੀ ਕਹਿੰਦੇ ਵੀ ਫਰੈਂਡਲੀ ਮੈਚ ਖੇਡਿਆ, ਦੱਬੀ ਰੱਖਿਆ। ਲੇਕਿਨ ਜਾਂਦੇ ਜਾਂਦੀ ਉਹ ਕੀ ਹੋਇਆ ਕਿ ਕੰਮ ਇੱਕਦਮ ਉੱਠ ਪਿਆ। ਇਹ ਅਸਲ ਵਿੱਚ ਰਾਜਨੀਤਿਕ ਲੋਕ ਜਿਹੜੇ ਨਾ ਜੀ, ਇਹ ਆਪਦਾ ਫਾਇਦਾ ਵੇਖਦੇ ਆ, ਦੂਜੇ ਦਾ ਭਾਵੇਂ ਸਤਿਆਨਾਸ਼ ਹੋ ਜਾਏ, ਨੁਕਸਾਨ ਜਿੰਨਾ ਮਰਜ਼ੀ ਹੋ ਜਾਏ, ਇਹਨਾਂ ਨੂੰ ਪਰਵਾਹ ਨਹੀਂ ਹੁੰਦੀ ਬਹੁਤੀ। ਗਿਣਤੀਆਂ ਮਿਣਤੀਆਂ ਇਸ ਤਰੀਕੇ ਦੀਆਂ ਕਰਦੇ ਹੈਗੇ। ਰਾਜਨੀਤਿਕ ਕਾਰਨ ਹੀ ਸੀਗੇ ਕਿ ਜਿਹੜੀ ਦੱਬੀ ਦੀ ਰਿਪੋਰਟ ਬਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ, ਤੇ ਮੁੜ ਕੇ ਰਾਜਨੀਤਿਕ ਕਾਰਨ ਹੀ ਬਣੇ ਕਿ ਉਹ ਅੱਜ ਜੇਲ੍ਹ ਦੇ ਵਿੱਚ ਆ। ਰਾਜਨੀਤਿਕ ਕਾਰਨ ਸੀਗੇ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜਾ ਉਹ ਬੰਦਾ ਮਾਰ ਦੇਣ ਦਾ ਕਸੂਰ ਸੀ। ਬੰਦਾ ਤਾਂ ਮਰਿਆ ਹੀ ਆ ਨਾ ਜੀ, ਉਹ ਭਾਵੇਂ ਮੁੱਕਾ ਮਾਰ ਕੇ ਮਰਿਆ ਜਾਂ ਕਿੱਦਾਂ ਮਰਿਆ, ਭਾਵੇਂ ਹਥਿਆਰ ਨਹੀਂ ਵਰਤਿਆ, ਤਾਂ ਹੀ ਧਾਰਾ ਧੂਰਾ ਜਿਹੜੀ ਜੋ ਹੋਰ ਲੱਗੀ। ਜੇ ਹਥਿਆਰ ਹੁੰਦਾ ਤੇ ਧਾਰਾ ਹੋਰ ਹੋਣੀ ਸੀ। ਹਾਂਜੀ, ਤਾਂ ਇਹ ਵੀ ਮੈਂ ਥੋੜੀ ਜਿਹੀ ਡਿਟੇਲ 'ਚ ਦੱਸ ਦਿਆਂ। ਉਸ ਤੋਂ ਬਾਅਦ ਬਰਾੜ ਦੀ ਸਰਕਾਰ ਆਈ, ਹਰਚੰਦ ਸਿੰਘ ਬਰਾੜ ਸੀਗਾ ਮੁੱਖ ਮੰਤਰੀ, ਉਹਦੀ ਸਰਕਾਰ ਸੀ ਸ਼ਾਇਦ ਉਦੋਂ, ਜੇ ਮੈਂ ਗਲਤ ਨਾ ਹੋਵਾਂ। ਹਾਂਜੀ, ਉਸ ਤੋਂ ਬਾਅਦ ਭੱਠਲ ਸਾਹਿਬ, ਮੈਡਮ ਭੱਠਲ ਆਈ ਮੁੱਖ ਮੰਤਰੀ। ਉਸ ਤੋਂ ਬਾਅਦ ਕੈਪਟਨ ਸਾਹਿਬ ਆਏ। ਉਸ ਤੋਂ ਬਾਅਦ ਬੇਅੰਤ ਸਿੰਘ ਮੁੱਖ ਮੰਤਰੀ ਆਇਆ, ਦਰਬਾਰਾ ਸਿੰਘ ਮੁੱਖ ਮੰਤਰੀ ਆਇਆ। ਮੈਂ ਕੱਲੇ ਕਾਂਗਰਸ ਦੀ ਗੱਲ ਕਰ ਰਿਹਾ, ਕਿਉਂਕਿ ਕਾਂਗਰਸ ਸਿੱਧੂ ਸਾਹਿਬ ਦਾ ਜਿਹੜਾ ਪਿਛੋਕੜ ਹੈ ਇਹਨਾਂ ਦੇ ਫਾਦਰ ਸਾਹਿਬ ਦਾ ਕਾਂਗਰਸ ਤੋਂ ਹੀ ਆ। ਜਿਵੇਂ ਸਿਮਰਜੀਤ ਸਿੰਘ ਮਾਨ ਆ, ਉਹਨਾਂ ਦੇ ਫਾਦਰ ਸਾਹਿਬ ਵੀ ਜਿਹੜੇ ਸਪੀਕਰ ਕਾਂਗਰਸ ਵੱਲੋਂ ਸੀ। ਅੱਜ ਉਹ ਵੀ ਜੋ ਮਰਜ਼ੀ ਕਹੀ ਜਾਣ, ਕਿਉਂਕਿ ਇਹ ਲੋਕਾਂ ਨੂੰ ਪਤਾ ਨਹੀਂ। ਹਿਸਟਰੀ ਮੈਂ ਫੁੱਲਣੀ ਨਹੀਂ ਚਾਹੁੰਦਾ ਜ਼ਿਆਦਾ, ਕਿਉਂਕਿ ਮੈਨੂੰ ਤਾਂ ਸਾਰਾ ਟੋਟਲ ਤੋਂ ਮੇਰਾ ਇਸ ਪਾਸੇ ਧਿਆਨ ਆ ਸ਼ੁਰੂ ਤੋਂ ਹੀ। ਪਰ ਆਪਾਂ ਕਿਉਂ ਜੇ ਸਾਡੇ ਪੰਜਾਬੀ ਸਾਥੀਆਂ ਨੂੰ ਪੰਜਾਬੀ ਸਾਥੀ ਰੱਖਾਂਗੇ, ਮਿੱਟੀ ਨਾਲ ਫਰੋਲ ਜੋ ਗਿਆ। ਉਹਦੇ ਵਿੱਚ ਕੀ ਹੋਇਆ ਜੀ, ਬਾਦਲ ਸਾਹਿਬ ਨੇ 2.5 ਸਾਲ ਇੱਕ ਵਾਰ ਕੀਤਾ। ਬਰਨਾਲਾ ਸਾਹਿਬ 6 ਮਹੀਨੇ ਨਹੀਂ 8-9 ਮਹੀਨੇ ਬਰਨਾਲਾ ਸਾਹਿਬ ਰਹੇ ਮੁੱਖ ਮੰਤਰੀ। ਹੁਣ ਅਕਾਲੀਆਂ ਦੀ ਵੀ ਹਿਸਟਰੀ ਦਾ ਦੱਸਦਾ। ਉਹ ਤੋਂ ਬਾਅਦ ਫਿਰ ਬਾਦਲ ਸਾਹਿਬ ਆਏ, ਉਹ ਤੋਂ ਬਾਅਦ ਫਿਰ ਬਾਦਲ ਸਾਹਿਬ 10 ਸਾਲ ਆਏ ਲਗਾਤਾਰ। ਇਹ ਮਤਲਬ ਕਿ 20-25 ਸਾਲ ਉਹਨਾਂ ਨੇ ਵੀ ਆਖਿਆ ਵੀ ਕੋਈ ਨਹੀਂ ਸਿੱਧੂ ਸਾਹਿਬ ਇੰਜੋਏ ਕਰੋ। ਤੇ 20-25 10 ਤੇ 2.5 12.5 ਸਾਲ ਬਾਦਲ ਸਾਹਿਬ ਨੇ ਸਿੱਧੂ ਸਾਹਿਬ ਦੇ ਕੁਝ ਨਹੀਂ ਹੋਣ ਦਿੱਤਾ। ਵਿੱਚ ਇੰਨੇ ਕੁ ਸਾਲ ਕਾਂਗਰਸ ਨੇ ਕੁਝ ਨਹੀਂ ਹੋਣ ਦਿੱਤਾ, ਜਦ ਕਿ ਕੁੱਲ ਮਿਲਾ ਕੇ 34 ਸਾਲ ਦਾ ਪੀਰੀਅਡ ਬਣਦਾ ਜੀ, ਬਹੁਤ ਜ਼ਿਆਦਾ। 88 ਦੀ ਇਹ ਵੀ ਮੈਨੂੰ ਐਗਜ਼ੈਕਟ ਡੇਟ ਨਹੀਂ ਯਾਦ ਕਿਹੜੀ ਕਦੋਂ ਦੀ ਗੱਲ ਆ, ਕਿਉਂਕਿ ਉਦੋਂ ਅਸੀਂ ਕਾਲਜ ਸ਼ਾਇਦ ਉਹ ਗਰਮੀਆਂ ਜਿਹਦਾ ਮੌਸਮ ਸੀ, ਇਹੋ ਜਿਹੇ ਚੱਕਰ ਸੀ। 88 ਤੋਂ ਲੈ ਕੇ 34 ਸਾਲ ਤੁਸੀਂ ਅੰਦਾਜ਼ਾ ਲਾ ਲਓ ਵੀ 34 ਸਾਲ 'ਚ ਕਿੰਨੇ ਮੁੱਖ ਮੰਤਰੀ ਬਦਲੇ, ਕਿੰਨੀਆਂ ਸਰਕਾਰਾਂ ਬਦਲੀਆਂ। ਲੇਕਿਨ ਆਪਾਂ ਇਹ ਨਹੀਂ ਕਿ ਜੇ ਆਪਾਂ ਕੋਈ ਵਿਰੋਧੀ ਨਹੀਂ ਕਿ ਸਿੱਧੂ ਸਾਹਿਬ ਦੇ, ਜਾਂ ਆਪਾਂ ਮਜੀਠੀਆ ਸਾਹਿਬ ਦੇ ਕੋਈ ਵਿਰੋਧੀ ਹਾਂ। ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕੀਤੀ ਵੀ ਨਾ ਕਿਸੇ ਨੇ ਸਾਡਾ ਪਿਓ ਮਾਰਿਆ, ਨਾ ਸਾਡੀ ਕਿਸੇ ਨਾਲ ਜ਼ਮੀਨ ਦਾ ਝਗੜਾ, ਨਾ ਘਰ ਦਾ। ਇਹ ਆ ਫੈਕਟ। ਇਹ ਸਿਰਫ ਸਿਆਸੀ, ਇਹਨਾਂ ਲੋਕਾਂ ਤੋਂ ਬਚੋ। ਇਹ ਤੁਹਾਨੂੰ ਮੂਰਖ ਬਣਾਉਣਾ ਚਾਹੁੰਦੇ ਨੇ। ਕੁਝ ਲੋਕਾਂ ਦੇ ਮੈਂ ਬਿਆਨ ਵੇਖੇ ਜੀ, ਜਿੱਦਣ ਲਾਂਘਾ ਖੁੱਲਿਆ ਤੁਸੀਂ ਸਿੱਧੂ ਸਾਹਿਬ ਦਾ ਲਾਂਘਾ ਖਿਲਾਉਣ ਵਾਲਾ ਭੁੱਲ। ਉਹ ਯਾਰ ਮੇਰਾ ਪਿਓ ਕੱਲ ਨੂੰ ਕਿਸੇ ਦਾ ਲਾਂਘਾ ਖੋਲ ਕੇ ਤੇ ਕਿਸੇ ਦਾ ਮੁੜ ਕੇ ਸਿਰ ਖੋਲ ਦੂਗਾ। ਹੁਣ ਲਾਂਘਾ ਖੋਲਿਆ ਸਿਰ ਖੋਲ ਦੋ, ਤੇ ਸਿਰ ਖੋਲ ਦੂਗਾ। ਜਿਹੜੇ ਹੁਣ ਜਿਨ੍ਹਾਂ ਦਾ
ਪਿਓ ਜਾਂ ਮਾਂ ਭਰਾ ਜਾਂ ਜਿਨ੍ਹਾਂ ਦਾ ਚਾਚਾ ਤਾਇਆ ਜਿਨ੍ਹਾਂ ਦੀ ਡੈਥ ਹੋਈ ਹੋਊਗੀ, ਇਹ ਤੇ ਉਹਨਾਂ ਵਾਲੀ ਵੀ ਸੋਚੋ ਨਾ। ਇਹ ਨਾ ਸੋਚੋ ਵੀ ਇੱਕ ਬੰਦਾ ਚਲੋ ਜੀ ਸਿਆਸੀ ਜੋ ਲਾਂਘਾ ਖੋਲ੍ਹਦਾ, ਭਲਾਈ ਵਾਲਾ ਕੰਮ ਸੀ, ਵਧੀਆ। ਦੇਖੋ ਜਿਹਨੇ ਵੀ ਜਿਹੜਾ ਚੰਗਾ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਚਾਹੀਦੀ ਆ, ਪਰ ਜਿਹੜਾ ਮਾੜਾ ਕੰਮ ਆ ਉਸ ਸ਼ਲਾਘਾ ਦੇ ਥੱਲੇ ਆ ਕੇ ਦੱਬ ਨਹੀਂ ਸਕਦਾ। ਬਿਲਕੁਲ ਠੀਕ ਹੈ ਜੀ। ਜਿਹੜਾ ਵੀ ਪਾਪ ਕੀਤਾ, ਜਿਹੜਾ ਵੀ ਕੁਕਰਮ ਕੀਤਾ, ਜਿਹੜੀ ਵੀ ਉਹਨਾਂ ਨੇ ਗਲਤ ਗੱਲ ਕੀਤੀ ਆ, ਉਹਦੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਔਰ ਸਿੱਧੂ ਸਾਹਿਬ ਨੂੰ ਮਿਲੀ। ਹੁਣ ਸਿੱਧੂ ਸਾਹਿਬ ਇਸ ਗੱਲ ਨੂੰ ਸਿਆਸੀ ਰੰਗਤ ਨਹੀਂ ਦੇ ਸਕਦੇ। ਉਂਝ ਵੈਸੇ ਚੰਗਾ ਕੀਤਾ ਉਹਨਾਂ ਨੇ, ਜੇਲ੍ਹ ਦੇ ਅੰਦਰ ਜਾਣ ਲੱਗਿਆਂ ਬਾਹਰ ਹੀ ਪੱਤਰਕਾਰਾਂ ਨੇ ਪੁੱਛ ਲਿਆ ਜੀ ਤੁਹਾਨੂੰ ਸਜ਼ਾ ਹੋ ਗਈ ਆ, ਸੁਪਰੀਮ ਕੋਰਟ ਨੇ ਸਜ਼ਾ ਦੇ ਦਿੱਤੀ ਆ, ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਨੋ ਕਮੈਂਟ। ਜਿਹੜਾ ਬੰਦਾ ਬੋਲਣੋਂ ਨਹੀਂ ਹਟਦਾ ਸੀ ਉਹ ਹੁਣ ਕਹਿੰਦਾ ਨੋ ਕਮੈਂਟ। ਅਸਲ ਭਾਜੀ ਪਤਾ ਕੀ ਗੱਲ ਹੁੰਦੀ ਜੇ, ਇਹ ਵੀ ਗੱਲ ਹੁੰਦੀ ਹੈ ਜ਼ਿੰਦਗੀ 'ਚ, ਜਿਹੜਾ ਬੰਦਾ ਬਹੁਤ ਜ਼ਿਆਦਾ ਬੜਬੋਲਾ ਹੋਵੇ ਮੇਰੇ ਵਰਗਾ, ਜਦੋਂ ਆਪਣੇ ਤੇ ਮੁਸੀਬਤ ਆਉਂਦੀ ਉਹ ਅੰਦਰੋਂ ਸ਼ਾਂਤ ਹੋ ਜਾਂਦਾ, ਟੁੱਟ ਜਾਂਦਾ। ਮੈਂ ਖੁਦ ਵੀਡੀਓ ਵੇਖੀ ਆ ਜੀ, ਸਿੱਧੂ ਸਾਹਿਬ ਦੀ ਸ਼ਕਲ ਵੇਖਣ ਵਾਲੀ ਸੀ ਉਦੋਂ। ਉਹ ਜਿਹੜਾ ਬੰਦਾ ਪੱਤਰਕਾਰਾਂ ਨੂੰ ਕਹਿੰਦਾ ਸੀ ਨਾ, ਉਹ ਕਾਕਾ, ਉਹ ਬੱਚੂ, ਉਹ ਮੇਰੀ ਗੱਲ ਸੁਣ, ਤੂੰ ਕਹਿ ਕੇ ਬੋਲਦੇ ਉਹ ਤੂੰ ਦੱਸ ਤੂੰ ਕੀ ਲੈਣਾ, ਨਾ ਤਿੰਨਾਂ ਚੋਂ ਨਾ 13 ਚੋਂ, ਨਾ ਟੋਕਰੀ ਦੇ ਬੇਰਾਂ ਚੋਂ, ਨਾ ਪਲੇਰਾਂ ਚੋਂ, ਨਾ ਸਪੇਰਾਂ ਚੋਂ। ਸੇਮ ਚੀਜ਼ਾਂ ਸਿੱਧੂ ਦੇ ਨਾਲ ਹੋਈਆਂ। ਇਹਨੂੰ ਕਹਿੰਦੇ ਜੇ ਹੰਕਾਰ, ਮੰਨੋ ਭਾਵੇਂ ਨਾ ਮੰਨੋ, ਕਿਉਂਕਿ ਸਿੱਧੂ ਨੇ 20 ਵਾਰ ਇਹ ਗੱਲ ਕਹੀ ਆ, ਨਾ ਤਿੰਨਾਂ ਚੋਂ, ਨਾ 13 ਚੋਂ, ਨਾ ਟੋਕਰੀ ਦੇ ਬੇਰਾਂ ਚੋਂ, ਨਾ ਪਲੇਰਾਂ ਚੋਂ, ਨਾ ਸਪੇਰਾਂ ਚੋਂ। ਵਿੱਚੋਂ ਕਿੱਥੋਂ ਬੋਲ ਪਿਆ? ਫਿਰ ਪਰਮਾਤਮਾ ਨੇ ਕਿਹਾ ਵੀ ਭਾਈ ਤੂੰ ਕੁਝ ਰਹਿਮ ਦਿਲੀ ਕਰ, ਕੁਝ ਦੁਨੀਆ ਤੇ। ਇਹਦਾ ਮਤਲਬ ਇਹ ਨਹੀਂ ਮੈਨੂੰ ਹੁਣ ਅਹੁਦਾ ਮਿਲ ਜੇ ਕੱਲ ਨੂੰ ਤੇ ਮੈਂ ਕਹਾਂ ਜੀ ਮੇਰੇ ਸਾਰੇ ਰਿਸ਼ਤੇਦਾਰ ਜਾਂ ਜਿਹੜਾ ਵੀ ਕੋਈ ਮੈਨੂੰ ਮਿਲਣਾ ਉਹਦਾ ਇਹ ਕੌਣ ਹੈ? ਪਰ ਤੁਹਾਨੂੰ ਲੱਗਦਾ ਕਿ ਜੇ ਇਹ ਸ਼ੁਰੂ ਵਿੱਚ ਹੀ ਪਰਿਵਾਰ ਦੇ ਕੋਲ ਜਾ ਕੇ ਅਫਸੋਸ ਕਰਦੇ ਉਸ ਬਜ਼ੁਰਗ ਦੀ ਡੈਥ ਦਾ, ਹਾਂਜੀ, ਤੇ ਜਿਹੜਾ ਜਾ ਕੇ ਕਹਿ ਲਓ ਵੀ ਪਛਤਾਤਾਪ ਕਰਦੇ, ਮਾਫੀ ਮੰਗ ਲੈਂਦੇ, ਤੇ ਸ਼ਾਇਦ ਇੱਥੇ ਤਾਂ ਕੋਈ ਗੱਲ ਪਹੁੰਚਦੀ ਨਾ। ਨਹੀਂ ਜੀ, ਉਦੋਂ ਦੋ ਚੀਜ਼ਾਂ ਬੜੀਆਂ ਮੇਜਰ ਸੀਗੇ ਫੈਕਟ। ਇੱਕ ਤੇ ਝਗੜਾ ਥੋੜਾ ਜਿਹਾ ਵੱਧ ਗਿਆ ਸੀਗਾ ਤੇ ਪਰਚੇ ਪੁਰਚੇ ਸਭ ਕੁਝ ਇਸ ਕਰਕੇ ਹੋ ਗਿਆ ਸੀ। ਦੂਸਰੀ ਗੱਲ ਫਿਰ ਵੀ ਸਿਆਣੇ ਬੰਦੇ ਵਿੱਚ ਚੁੱਲ ਪਾ ਕੇ ਰਾਜੀਨਾਮਾ ਕਰਾਉਂਦੇ ਹੁੰਦੇ, ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ। ਇਹ ਵੀ ਹੋ ਜਾਣਾ ਸੀਗਾ। ਉਦੋਂ ਕੀਤੀ ਸੀ ਟਰਾਈ ਇਹਨਾਂ ਇੱਕ ਵਾਰ, ਲੇਕਿਨ ਉਦੋਂ ਬਾਅਦ ਫਿਰ ਜਦੋਂ ਟਾਈਮ ਥੋੜਾ ਜਿਹਾ ਲੰਘ ਜੇ ਫਿਰ ਦੂਜੀ ਧਿਰ ਨਹੀਂ ਮੰਨਦੀ, ਜਿਨ੍ਹਾਂ ਦਾ ਬੰਦਾ ਜਾਂ ਜਿਨ੍ਹਾਂ ਦਾ ਘਰ ਦਾ ਇਨਸਾਨ ਚਲਿਆ ਜਾਵੇ ਇਸ ਦੁਨੀਆ ਤੋਂ, ਉਹ ਵਕਵਾ ਪੈ ਗਿਆ। ਤੇ ਗੱਲ ਇਹੀ ਹੈ ਜੀ ਨੈਟ ਸ਼ੈਲ 'ਚ ਕਿ ਚਾਹੇ ਸਿੱਧੂ ਸਾਹਿਬ ਹੋਏ, ਚਾਹੇ ਮੋਦੀ ਹੋਵੇ, ਚਾਹੇ ਕੋਈ ਮੁੱਖ ਮੰਤਰੀ ਹੋਵੇ, ਚਾਹੇ ਭਗਵੰਤ ਮਾਨ ਹੋਵੇ, ਮੈਂ ਅੱਗੇ ਵੀ ਹਰ ਵਾਰ ਇਹੀ ਗੱਲ ਕਰਦਾ, ਸਾਡਾ ਕਿਸੇ ਨਾਲ ਕੋਈ ਸਰੋਕਾਰ, ਲੇਕਿਨ ਜਿਹੜਾ ਬੰਦੇ 'ਚ ਗਲਤ ਆ ਉਹ ਗਲਤ ਆ। ਲਾਂਘਾ ਖਿਲਾਇਆ, ਵਧੀਆ ਗੱਲ ਹੈ, ਐਫਰਟ ਸ਼ੁਰੂ ਕੀਤੀ। ਮੋਦੀ ਨੇ ਵੀ ਉਦੋਂ ਮਾੜਾ ਮੋਟਾ ਜੋ ਸਾਥ ਦਿੱਤਾ, ਉਹ ਵੀ ਵਧੀਆ ਗੱਲ ਸੀ। ਨਹੀਂ ਜੀ, ਉਹਨਾਂ ਦੇਣਾ ਹੀ ਸੀਗਾ। ਜੇ ਮੰਨ ਲਓ ਪ੍ਰਧਾਨ ਮੰਤਰੀ ਜਾਂ ਸੈਂਟਰ ਗਵਰਨਮੈਂਟ ਨਾ ਰਜਾਮੰਦ ਹੁੰਦੀ ਫਿਰ ਖੁੱਲ ਜਾਂਦਾ, ਖੁੱਲਦਾ ਹੀ ਨਹੀਂ ਸੀ, ਫਿਰ ਥੋੜੀ ਖੁੱਲਣਾ ਸੀਗਾ। ਹਾਂਜੀ, ਉਹ ਵੀ ਵਧੀਆ ਗੱਲ ਸੀ। ਫਿਰ ਉਸ ਤੋਂ ਬਾਅਦ ਜਿਹੜੀ ਅੱਜ ਕੱਲ੍ਹ ਜੋ ਮੂਵਮੈਂਟ ਚੱਲ ਰਹੀ ਹੈ ਜਿਸ ਤਰੀਕੇ ਨਾਲ, ਵੀ ਜੇ ਮੈਂ ਅੰਦਰ ਗਿਆ ਤੇ ਮੈਨੂੰ ਫਲਾਣੇ ਨੇ ਕਰਾਤਾ ਜੀ, ਭਾਈ ਸਾਹਿਬ ਜਿਹੜੇ ਤੁਸੀਂ ਕਰਮ ਕੀਤੇ ਉਹਨੂੰ ਵੀ ਸੋਚੋ ਨਾ, ਜਿਹੜੇ ਤੁਸੀਂ ਚੰਗੇ ਕੀਤੇ ਉਹ ਚੰਗਿਆਂ ਨਾਲ। ਇਹ ਉਹ ਮਹਾਂਪੁਰਸ਼ ਨੇ ਜੀ ਜਿਹੜੇ 15 ਸਾਲ ਦੇ ਲਗਭਗ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕੀਤਾ, ਜਿਨ੍ਹਾਂ ਨੇ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ, ਮੈਂ ਇਸ ਬੰਦੇ ਦੀ ਸ਼ਕਲ ਨਹੀਂ ਦੇਖੀ ਹੈ ਜਾਂ ਇਹ ਬੰਦੇ ਨੂੰ ਕੋਈ ਕੰਮ ਕਰਦੇ ਨਹੀਂ ਵੇਖਿਆ। ਮੇਰੇ ਲਾਗੇ ਲਾਗੇ ਦੇ 28 ਪਿੰਡ ਨੇ ਜਿਨ੍ਹਾਂ 'ਚੋਂ ਇੱਕ 'ਚ ਵੀ ਇਹਨੂੰ ਮੈਂ ਕਦੀ ਨਹੀਂ ਵੇਖਿਆ ਆ। ਦੇਖੋ ਵੀ ਜਦੋਂ ਜ਼ਿੰਮੇਵਾਰੀ ਮਿਲੀ ਆ, ਮੈਂਬਰ ਪਾਰਲੀਮੈਂਟ ਤੁਸੀਂ ਰਹੇ ਹੋ, MLA ਰਹੇ ਹੋ, ਮੰਤਰੀ ਰਹੇ ਹੋ, ਤੇ ਇਲਾਕੇ ਦੇ ਲੋਕਾਂ ਦਾ ਸਵਾਲ ਉੱਦਾਂ ਹੀ ਰਵੇ ਬਰਕਰਾਰ, ਤੇ ਫਿਰ ਉਹ ਕੀਤੀ ਕਰਾਈ ਤਾਂ ਕੋਈ ਗੱਲ ਹੈ ਨਹੀਂ। ਸਵਾਏ ਤੂੰ ਤੜਕ ਤੋਂ ਬਿਨਾਂ ਤਾਂ ਕੁਛ ਨਹੀਂ ਕੀਤਾ, ਥੋਕੋਦਾਰੀ ਬਸ ਕੀਤੀ ਹੈਗੀ। ਨਹੀਂ ਜੀ, ਅੰਮ੍ਰਿਤਸਰ ਦਾ ਹਾਲ ਹੀ ਹੋਵੇ। ਇਹ ਤੋਂ ਪਹਿਲਾਂ ਰਘੁਨੰਦਨ ਲਾਲ ਭਾਟੀਆ ਹੁੰਦਾ ਸੀਗਾ ਅੰਮ੍ਰਿਤਸਰ ਦਾ, ਕਾਂਗਰਸ ਦਾ। ਬਿਲਕੁਲ ਬਿਲਕੁਲ। ਉਹ ਬੰਦਾ 15-20 ਸਾਲ ਰਿਹਾ ਸੀਗਾ। ਲੋਕਾਂ ਨੂੰ ਸ਼ਾਇਦ ਇਹ ਪੁਰਾਣੀ ਹਿਸਟਰੀ ਹੈ, ਲੋਕਾਂ ਨੂੰ ਪਤਾ ਨਾ ਹੋਵੇ। ਉਹ ਵੀ ਰਿਹਾ ਸੀ, ਉਸ ਬੰਦੇ ਨੇ ਵੀ ਕਦੀ ਕੁਛ ਨਹੀਂ ਸਵਾਰਿਆ। ਪਤਾ ਨਹੀਂ ਅੰਮ੍ਰਿਤਸਰ ਦੀ ਐਡਾ ਗੁਰੂਆਂ ਦੀ ਪਵਿੱਤਰ ਨਗਰੀ, ਇੰਨੇ ਵਧੀਆ ਲੋਕ, ਪਤਾ ਨਹੀਂ ਕਿਸਮਤ ਇਹੋ ਜਿਹੀ ਆ। ਉਸ ਬੰਦੇ ਨੇ ਵੀ ਕਦੀ ਕਿਸੇ ਜਗ੍ਹਾ ਦੀ ਵਿਜ਼ਿਟ ਨਹੀਂ ਕੀਤੀ ਸਵਾਏ ਅੰਮ੍ਰਿਤਸਰ ਦੇ ਕਾਂਗਰਸ ਭਵਨ ਤੋਂ ਤੇ ਇੱਧਰ ਉੱਧਰ ਜਾਣ ਤੋਂ। ਬੜੀ ਵੱਡੇ ਉਹਦੇ ਤੇ ਰਹੇ ਹੈਗੇ ਆ। ਹਾਂਜੀ ਹਾਂਜੀ, ਰਘੁਨੰਦਨ ਲਾਲ ਭਾਟੀਆ ਜੇ ਲੋਕਾਂ ਨੂੰ ਯਾਦ ਹੋਏਗਾ। ਹਾਂਜੀ ਹਾਂਜੀ। ਨਾ ਉਹਨਾਂ ਦੇ ਖਾਨਦਾਨ ਚੋਂ ਹੌਲੀ ਹੌਲੀ ਇਸ ਸਿਆਸਤ ਵੱਲ ਕੋਈ ਨਹੀਂ ਆਏ। ਫਿਰ OP ਸੋਨੀ ਮੇਅਰ ਰਿਹਾ, ਜਿਹੜੇ BJP ਨਾਲ ਹੈਗੇ ਆ। ਹਾਂਜੀ, MLA ਰਹੇ, ਮੰਤਰੀ ਰਹੇ। OP ਸੋਨੀ ਤਾਂ ਕਾਂਗਰਸ ਦੇ ਹੀ ਆ ਮੇਰਾ ਖਿਆਲ। ਹਾਂ, ਕਾਂਗਰਸ ਦੇ ਜਿਹੜੇ ਕਾਂਗਰਸ ਦਾ ਜ਼ਿਕਰ ਕਰ ਰਿਹਾ ਜੀ। ਭਾਟੀਆ ਸਾਹਿਬ ਤੋਂ ਬਾਅਦ ਇਹ ਮਹਾਂਪੁਰਸ਼ ਆ ਗਏ। ਇਹਨਾਂ ਦੇ ਵਿੱਚ ਇੱਕ ਵਾਰ BJP ਦੇ ਬਣੇ ਸੀ। ਮਹਾਂਪੁਰਸ਼ ਕਿੱਦਾਂ ਬਣ ਗਏ ਇਹ? ਮਹਾਂਪੁਰਸ਼ ਇਸ ਤਰ੍ਹਾਂ ਹੁੰਦੇ ਜੀ, ਇਹਨਾਂ ਕਰਨਾ ਹੀ ਕੱਖ ਨਹੀਂ। ਮਹਾਂਪੁਰਸ਼ ਜਿਹੜਾ ਕੁਝ ਕਰੇ ਨਾ ਮਹਾਂਪੁਰਸ਼ ਹੁੰਦਾ। ਹਾਂ, ਲੇਕਿਨ ਐਜ ਏ ਮੇਅਰ ਸੋਨੀ ਦੀ ਬਹੁਤ ਦੇਣ ਸੀ। ਉਹਨੇ ਬਹੁਤ ਕੰਮ ਕੀਤਾ ਸੀ ਅੰਮ੍ਰਿਤਸਰ, ਜਿਹੜੇ ਉਦੋਂ ਦੇ ਰੋਡਸ ਵਗੈਰਾ ਜਾਂ ਹੋਰ ਪਾਰਕਿੰਗ ਵਗੈਰਾ ਦਾ। ਉਦੋਂ ਸੋਨੀ ਨੇ ਵਧੀਆ ਕੰਮ ਕੀਤਾ ਸੀ, ਕਿਉਂਕਿ ਉਦੋਂ ਅਸੀਂ ਉੱਥੇ, ਸਾਨੂੰ ਪਤਾ ਸੀ ਉਦੋਂ ਇਸ ਬੰਦੇ ਦੀ ਫੁੱਲ ਚੜਾਈ ਸੀ। ਹਾਂ, ਉਦੋਂ ਲੇਕਿਨ ਪਹਿਲੀ ਵਾਰੀ ਜਿਹੜੀ ਉਹ ਸੀ ਵੇਵ ਸੀਗੀ, ਵੇਵ ਦੇ ਅਕੋਰਡਿੰਗਲੀ ਜਿੱਤ ਗਿਆ। ਆਪਾਂ ਕਿਹੜੇ ਪਾਸੇ ਭਾਜੀ ਤੁਰ ਪਏ, ਸਿਆਸਤ ਨੂੰ ਗੋਲੀ ਮਾਰੋ। ਲੰਬਾ ਪੰਜਾਬ ਦੀ ਗੱਲ ਹੈ ਜੀ। ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀਗੀ
ਵੀ ਲੱਡੂ ਵੰਡ ਦੀ ਕਚਹਿਰੀ ਵਿੱਚੋਂ ਨਿਕਲਾਂ, ਹਾਂਜੀ ਜੇ ਪਹਿਲੀ ਪੇਸ਼ੀ ਯਾਰ ਛੁੱਟ ਜਾਏ। ਹਾਂਜੀ ਪਹਿਲੀ ਪੇਸ਼ੀ ਛੁੱਟ ਗਏ ਸੀ, ਲੱਡੂ ਵੀ ਵੰਡੇ ਗਏ ਸੀ। ਜੇ ਹਾਂਜੀ। ਲੱਡੂ ਨਾ ਵੰਡਦੇ, ਮੇਰੇ ਮੁਤਾਬਕ ਹਾਂਜੀ ਲੱਡੂ ਨਾ ਵੰਡਦੇ, ਤੇ ਜਿਨ੍ਹਾਂ ਦਾ ਬੰਦਾ ਮਰਿਆ ਉਹਨਾਂ ਨੂੰ ਕੌੜ ਨਹੀਂ ਸੀ ਆਉਣੀ, ਬਿਲਕੁਲ। ਉਹਨਾਂ ਦੇ ਦਿਮਾਗ ਤੇ ਇਹ ਗੱਲ ਨਹੀਂ ਸੀ ਆਉਣੀ ਵੀ ਸਾਡਾ ਤਾਂ ਬੰਦਾ ਮਾਰਤਾ, ਲੱਡੂ ਵੰਡਣਾ ਹੈ। ਹਾਂਜੀ। ਸ਼ਾਇਦ ਇੱਦਾਂ ਦੀ ਗੱਲਾਂ ਨਹੀਂ ਸੀ ਹੋਣੀਆਂ। ਸਿੱਧੂ ਸਾਹਿਬ ਦੇ ਆਪਦੇ ਕਿਰਦਾਰ ਦੀ ਗੱਲ ਕਰੀਏ, ਠੀਕ ਆ, ਅਜੇ ਤੱਕ ਉਹਨਾਂ 'ਤੇ ਕੋਈ ਬਹੁਤ ਵੱਡਾ ਇਲਜ਼ਾਮ ਨਹੀਂ ਹੈ ਸਿਆਸੀ ਤੌਰ 'ਤੇ ਲਾ ਸਕੀਆਂ ਸਿਆਸੀ ਪਾਰਟੀਆਂ, ਨਾ ਕਾਂਗਰਸੀ ਉਹਨਾਂ ਨੂੰ ਮਾੜਾ ਕਹਿ ਸਕੀ, ਨਾ ਹੀ ਅਕਾਲੀ ਕਹਿ ਸਕਦੇ, ਬੀਜੇਪੀ ਕਹਿ ਸਕੇ। ਸਿਰਫ ਇਹ ਹੈ ਕਿ ਉਹਨਾਂ ਨੇ ਆਪਦੇ ਨਾਲ ਨਹੀਂ ਰੱਖਿਆ ਕੋਈ, ਇਕੱਲੇ ਉਹ ਕਹਿੰਦੇ ਮੈਂ ਤਾਂ ਇਕੱਲਾ ਹੀ ਆ, ਇਕੱਲੇ ਜਾਣਾ। ਬਿਲਕੁਲ ਭਾਜੀ, ਨਾਲੇ ਸਭ ਤੋਂ ਵੱਡੀ ਗੱਲ ਹੈ ਜੀ, ਤੁਸੀਂ ਇਮਾਨਦਾਰ ਜੇ, ਤੁਸੀਂ ਸਭ ਕੁਝ ਜੇ, ਤੁਸੀਂ ਸਭ, ਜਦੋਂ ਤੁਸੀਂ ਸਾਰੇ ਪਿੰਡ ਦਾ ਕੀਤਾ ਹੀ ਕੱਖ ਨਹੀਂ, ਸਵਾਰੇ ਕੁਛ ਨਹੀਂ। ਹਾਂ, ਉਹ ਸਰਪੰਚ ਦੀ ਇਮਾਨਦਾਰੀ ਨੂੰ ਅੱਗ ਲਾਉਣੀ ਆ। ਹੁਣ ਇਹ ਬੰਦੇ ਦੀ ਇਮਾਨਦਾਰੀ ਨੂੰ ਅੰਮ੍ਰਿਤਸਰ ਪੂਰੇ ਨੇ ਅੱਗ ਥੋੜਾ ਲਾਉਣੀ ਹੈ ਜੀ। ਇਮਾਨਦਾਰ ਜੇ ਕੁਝ ਕਰਦੇ ਜਾਂ ਕਹਿੰਦੇ ਤੇ ਇਮਾਨਦਾਰੀ ਜਿਹੜੀ ਰਗੜ ਕੇ ਫੋੜੇ ਤੇ ਲਾਉਣੀ, ਰਗੜ ਕੇ ਫੋੜੇ ਤੇ ਲਾਉਣੀ। ਉਹ ਕਹਿੰਦੇ ਜੀ ਫਲਾਣਾ ਸਾਡਾ ਮੁੰਡਾ ਡੀਸੀ ਆ ਜੇ, ਉਹ ਕਹਿੰਦੇ ਡੀਸੀ ਰਗੜ ਕੇ ਫੋੜੇ ਤੇ ਲਾਉਣਾ। ਹਾਂ, ਅਸੀਂ ਤਾਂ ਉਦੋਂ ਡੀਸੀ ਕਹਿਣਾ ਕਿ ਜਿੱਦਣ ਕੋਈ ਸਾਡੇ ਜ਼ਿਲ੍ਹੇ ਦਾ ਕੋਈ ਸਵਾਲ ਹੋਊਗਾ ਜਾਂ ਕੋਈ ਕਰੂਗਾ ਉਦੋਂ ਡੀਸੀ ਹੋਊਗਾ, ਉਦੋਂ ਡੀਸੀ। ਤੇ ਉਹੀ ਮੈਂ ਗੱਲ ਕਰ ਰਿਹਾ ਵੀ ਇਹਨਾਂ ਦੇ ਸਾਰੇ ਗੁਣ ਸੀਗੇ, ਅਸੀਂ ਮੰਨਦੇ ਹਾਂ ਇਮਾਨਦਾਰ ਸੀਗਾ ਜੇ ਉਹ, ਚਲੋ ਜੀ ਉੱਥੋਂ ਉੱਠੇ ਬੰਬੇ ਚਲ ਗਏ, ਬੰਬੇ ਉੱਠੇ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਉੱਠੇ ਤੇ ਉੱਥੇ ਦਿੱਲੀ ਆ ਕੇ ਬੋਲ ਲਿਆ। ਕੱਲਾ ਬੋਲਣਾ ਹੀ ਸਭ ਕੁਝ ਨਹੀਂ ਜੀ। ਸਿਆਣੇ ਕਹਿੰਦੇ ਤੇ ਉਹ ਕਹਿੰਦੇ ਆ ਕਿ ਧ੍ਰਿਗ ਤਿੰਨਾਂ ਦਾ ਜੀਵਨਾ ਜੇ ਹੋਏ ਵਡਾਣੀ ਆਸ, ਉਹਨਾਂ ਦਾ ਜੋ ਧ੍ਰਿਗ ਹੋ ਜਾਂਦਾ। ਤੇ ਇਸ ਬੰਦੇ ਨੇ ਇਹ ਚੀਜ਼ ਪ੍ਰੂਵ ਕਰਤੀ ਵੀ ਤੁਸੀਂ ਜੋ ਵੀ ਮੇਰੇ ਤੋਂ ਆਸ ਰੱਖਦੇ ਜੇ ਨਾ, ਤੁਸੀਂ ਧ੍ਰਿਗ ਜੀ। ਕਿਉਂਕਿ ਲੋਕਾਂ ਨੂੰ ਤੇ ਵਡਾਣੀ ਆਸ ਹੁੰਦਾ ਵੱਡੀ ਜਾਂ ਦੂਜੇ ਤੇ ਵੀ ਆਸ ਅਸੀਂ ਗਿਣ ਲੈਂਦੇ, ਦੋ ਅਰਥ ਹੋ ਜਾਂਦੇ ਆ। ਲੇਕਿਨ ਇਹਦੇ ਵਿੱਚ ਇਹ ਸੀ ਕਿ ਇਸ ਬੰਦੇ ਨੂੰ ਚਾਹੀਦਾ ਸੀ ਵੀ ਮੈਂ ਇੰਨਾ ਚਿਰ ਰਿਹਾ ਇੱਥੋਂ ਦਾ ਕੋਈ ਸਵਾਲ, ਮੂਧਲਾਂ ਦਾ ਇਹ ਬੰਦੇ ਨੇ ਲਿਆ ਜੀ, ਸਾਡੇ ਵੇਰਕੇ ਦੇ ਲਾਗੇ ਮੂਧ ਲਿਆ ਪਿੰਡ, ਉੱਥੋਂ ਦੀ ਇਹਨੇ ਜ਼ਿੰਮੇਵਾਰੀ ਲਈ ਜੀ ਮੈਂ ਸੋਨਾ ਬਣਾ ਦਾਂਗਾ। ਸ਼ਮਸ਼ੇਰ ਸ਼ੇਰੇ ਹੋਣੀ ਜਿਹੜੇ ਉੱਥੋਂ ਦੇ ਸਰਪੰਚ ਵਗੈਰਾ ਸਾਰਿਆਂ ਨੇ ਤਕਰੀਬਨ ਸਾਰੇ ਮੈਨੂੰ ਜਾਣਦੇ, ਉਹਨਾਂ ਕਿਹਾ ਵੀ ਇਸ ਬੰਦੇ ਦੀ ਇੰਨੀ ਮਿਹਰਬਾਨੀ ਵੀ ਇਹ ਬੰਦੇ ਨਾਲ ਅਖੀਰ ਚ ਆ ਕੇ ਕਹਿ ਦਿੱਤਾ ਵੀ ਦਫਾ ਹੋ ਜਾਓ। ਦੇਖੋ ਜੀ, ਉਂਝ ਵੈਸੇ ਰਾਜਨੀਤਿਕ ਜਿਹੜੇ ਪੰਡਤ ਸੀ ਉਹ ਕਹਿੰਦੇ ਸੀਗੇ ਕਿ ਕਿਸੇ ਵੀ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ 'ਚ ਹੋਣੇ ਚਾਹੀਦੇ। ਉਹ ਵੀ ਚਾਹੁੰਦੇ ਸੀਗੇ ਬਿਕਰਮਜੀਤ ਸਿੰਘ ਮਜੀਠੀਆ ਵੀ ਇਹ ਆਮੋ ਸਾਹਮਣੇ ਨਾ ਲੜਨ, ਉਹ ਕਿਸੇ ਹੋਰ ਹਲਕੇ ਤੋਂ ਲੜ ਕੇ ਜਿੱਤ ਕੇ ਆ ਜਾਣ, ਤੇ ਨਵਜੋਤ ਸਿੰਘ ਸਿੱਧੂ ਇਸ ਹਲਕੇ ਤੋਂ ਜਿੱਤ ਕੇ ਵਿਧਾਨ ਸਭਾ 'ਚ ਪਹੁੰਚਣ। ਉਂਝ ਇਹ ਆ ਕਿ ਜੀ ਪਾਰਲੀਮੈਂਟ ਬਾਰੇ, ਭਾਰਤ ਦੀ ਪਾਰਲੀਮੈਂਟ ਲੋਕ ਸਭਾ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉੱਥੋਂ ਦੇ ਮੋਰ ਦੈਨ 50% ਜਿਹੜੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਦੇ ਉੱਤੇ ਇੱਕ ਨਹੀਂ ਕਈ ਕੇਸ ਆ, ਚੋਰੀਆਂ ਦੇ, ਡਕੈਤੀਆਂ ਦੇ, ਬਲਾਤਕਾਰਾਂ ਦੇ, ਹੇਰਾਫੇਰੀਆਂ ਦੇ, ਠੱਗੀਆਂ ਠੋਰੀਆਂ ਦੇ ਬੜੇ ਕੇਸ ਹੈਗੇ। ਉਂਝ ਪੰਜਾਬ ਵਿਧਾਨ ਸਭਾ ਵਿੱਚ ਇਹ ਅਜੇ ਬਚਾਅ ਸੀਗਾ। ਕੱਲ੍ਹ ਨੂੰ ਨਵਜੋਤ ਸਿੰਘ ਸਿੱਧੂ ਵੀ ਜਿੱਤ ਕੇ ਆ ਸਕਦੇ ਆ ਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਜਿੱਤ ਕੇ ਆ ਸਕਦੇ ਆ। ਇਹਨਾਂ ਤੇ ਇਲਜ਼ਾਮ ਕੀ ਹੋਣਗੇ? ਇੱਕ ਕਾਤਲ, ਦੂਜਾ ਨਸ਼ਿਆਂ ਦਾ ਵਪਾਰੀ। ਸੋ ਮਤਲਬ ਇਸ ਤਰੀਕੇ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਕਿਵੇਂ ਯਾਦ ਕਰਨਗੀਆਂ ਅੱਜ ਦੇ ਮਾਹੌਲ ਨੂੰ, ਅੱਜ ਦੀ ਸਿਆਸਤ ਨੂੰ? ਇਹ ਜਿਹੜੀ ਚਿੰਤਾ ਦਾ ਵਿਸ਼ਾ। ਸਾਨੂੰ ਇਸ ਸੱਥ ਵਿੱਚ ਬੈਠ ਕੇ ਇਹ ਗੱਲਾਂ ਕਰਨ ਦੀ ਲੋੜ ਕਿਉਂ ਪਈ ਕਿ ਜੇ ਅਸੀਂ ਪੰਜਾਬ ਦੀ ਗੱਲ ਨਹੀਂ ਕਰਾਂਗੇ ਤੇ ਪੰਜਾਬ ਦੀ ਹੋਣੀ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਗੱਲ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੈਗਾ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਚੰਗੀ ਲੱਗੀ ਹੋਏਗੀ ਕਿ ਨਹੀਂ ਇਹ ਤਾਂ ਤੁਸੀਂ ਦੱਸ ਦੇਣਾ ਆਪਣੇ ਕਮੈਂਟਸ ਦੇ ਵਿੱਚ। ਬਲ ਸਾਹਿਬ, ਤੁਸੀਂ ਮੈਨੂੰ ਲੱਗਦਾ ਕਵਿਤਾ ਲਿਖੀ ਲੱਗਦੀ ਹੈ ਇਸ ਟੌਪਿਕ ਤੇ। ਹਾਂਜੀ, ਮੈਂ ਉਹੀ ਤੁਸੀਂ ਜਿਵੇਂ ਕਿਹਾ ਹੈ ਨਾ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਪਰ ਕਈ ਮੇਰੇ ਵਰਗੇ ਢੀਠ ਵੀ ਹੁੰਦੇ ਆਂਦੇ ਜੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕੀਤੀ ਤੇ ਫਿਰ ਕਾਹਦਾ ਜੀਣਾ। ਤੇ ਦੁਸ਼ਮਣ ਮਰਨ ਤੇ ਭੰਗੜੇ ਨਾ ਪਏ, ਹਨਾ, ਦੁਸ਼ਮਣ ਮਰਨ ਤੇ ਸ਼ਾਮ ਨੂੰ ਬਹਿਣਾ ਤੇ ਰੱਜ ਕੇ ਖਾਣਾ ਪੀਣਾ। ਉਹ ਇਹੋ ਜਿਹੇ ਵੀ ਢੀਠ ਹੁੰਦੇ, ਲੇਕਿਨ ਅਸਲੀਅਤ ਇਹ ਹੈ ਜੀ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ। ਤੇ ਗੱਲ ਉਹਦੇ ਨਾਲ ਇੱਕ ਥੋੜੀ ਜਿਹੀ ਹੋਰ ਜੋੜਦੀ ਹੈ ਕਿ ਸਾਡੇ ਜਾਖੜ ਸਾਹਿਬ ਜਿਨ੍ਹਾਂ ਨੇ ਪਾਰਟੀ ਛੱਡੀ, ਕਾਂਗਰਸੀਆਂ ਨੇ ਇੱਕ ਤੋਂ ਇੱਕ ਵੱਧ ਬਿਆਨ ਦਿੱਤਾ ਜੀ। ਕਿਸੇ ਨੇ ਕਿਹਾ ਵੀ ਉਹ ਸ਼ੁਕਰ ਹੈ ਗਲੋਂ ਲੱਥੇ, ਕਿਸੇ ਨੇ ਕਿਹਾ ਜੀ ਉਦੋਂ ਜਿੱਦਣ ਸਿੱਧੂ ਸਾਹਿਬ ਦੇ ਨਾਲ ਇਹ ਟੇਢਾ ਜਿਹਾ ਹੋਇਆ ਫਿਰ ਉਦੋਂ ਹੀ ਸੀਗਾ, ਉਦੋਂ ਹੀ ਕੱਢ ਦੇਣਾ ਚਾਹੀਦਾ ਸੀ। ਲੇਕਿਨ ਦੋਵੇਂ ਕਵਿਤਾ ਰਲਦੀਆਂ ਮਿਲਦੀਆਂ ਨੇ। ਮੈਂ ਦੋਨਾਂ ਨੂੰ ਕੋਸ਼ਿਸ਼ ਕਰਾਂਗਾ ਤੁਹਾਡੇ ਅਕੋਰਡਿੰਗਲੀ ਦੋਨਾਂ ਦੇ ਘੁਮਾ ਕੇ ਦੇਖਿਓ, ਜੁੜਦੀਆਂ ਨੇ ਸਿਆਸਤ ਨਾਲ ਦੋਨੇ ਹੀ। ਠੀਕ ਹੈ। ਪਹਿਲੀ ਗੱਲ ਤੇ ਸਿਆਸਤ ਵਿੱਚ ਇਹ ਚੀਜ਼ ਹੁੰਦੀ ਨਹੀਂ, ਕੋਈ ਯਾਰ ਨਹੀਂ, ਕੋਈ ਬੇਲੀ ਨਹੀਂ। ਸਿਆਸਤ ਦੇ ਵਿੱਚ ਤਾਂ ਤੁਸੀਂ ਉਹ ਗੱਲ ਸੁਣੀ ਨਾ, ਕੋਈ ਸਿਆਸੀ ਨੇਤਾ ਸੀ,
ਤੇ ਉਹਦਾ ਬੇਟਾ ਕਹਿੰਦਾ ਪਾਪਾ ਮੈਂ ਵੀ ਸਿਆਸੀ ਬਣਨਾ। ਕਹਿੰਦਾ ਚੱਲ ਪੁੱਤ ਕੋਠੇ ਚੜ। ਉਹਨੇ ਕਿਹਾ ਪੁੱਤ ਛਾਲ ਮਾਰ। ਉਹਨੇ ਸੋਚਿਆ ਥੱਲੇ ਮੇਰਾ ਪਿਓ ਆ, ਕੋਈ ਗੱਲ ਨਹੀਂ, ਇਹਨੇ ਫੜ ਲੈਣਾ। ਉਹਨੇ ਛਾਲ ਮਾਰੀ, ਪਿਓ ਨੇ ਹੱਥ ਪਿੱਛੇ ਕਰ ਲਏ। ਉਹਦੇ ਵਿਚਾਰੇ ਗੋਡੇ ਗਾਡੇ ਛਿਲੇ। ਕਹਿੰਦਾ ਕਾਹਦਾ ਤੂੰ ਪਿਓ ਆ? ਤੇ ਕਹਿੰਦਾ ਤੂੰ ਕਾਹਦਾ ਸਿਆਸੀ ਸਵਾਹ ਬਣਨਾ? ਸਿਆਸਤ 'ਚ ਪਿਓ ਤੇ ਇਤਬਾਰ ਨਹੀਂ ਕਰਨਾ, ਸਕੇ ਤੇ ਪਿਓ ਤੇ ਵਿਸ਼ਵਾਸ ਨਹੀਂ ਕਰਦੇ ਸਿਆਸਤਦਾਨ। ਇਸ ਕਰਕੇ ਸਿਆਸਤ ਦੀਆਂ ਗੱਲਾਂ ਨਹੀਂ, ਇਹ ਤੇ ਸਾਡੀ ਇਨਸਾਨੀਅਤ ਦੀਆਂ ਗੱਲਾਂ ਜੀ, ਕਿ ਜਿਹਨੂੰ ਯਾਰ ਕਹੀਏ ਉਹਦਾ ਸਾਥ ਦਈਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ। ਇਹ ਤਾਂ ਸਮਾਜ ਵਿੱਚ ਜ਼ਰੂਰੀ ਆ ਗੱਲ। ਹਾਂਜੀ ਬਿਲਕੁਲ ਬਿਲਕੁਲ। ਪਰ ਰਾਜਨੀਤਿਕ ਤਾਂ ਨਹੀਂ ਇਦਾਂ ਕਰਦੇ ਲੋਕ। ਰਾਜਨੀਤਿਕ ਦੀ ਤੁਹਾਨੂੰ ਤਾਂ ਮੈਂ ਪਹਿਲਾਂ ਗੱਲ ਦੱਸਦੀ, ਮਿਸਾਲ ਦੇ ਦੱਸਤੀ ਆ। ਠੀਕ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ। ਰਾਸ਼ਨ ਐਵੇਂ ਹੀ ਸਫ਼ਰ ਵਿੱਚ ਪੀੜੀਏ ਨਾ, ਭਾਵੇਂ ਅੱਤ ਦੀ ਲੱਗੀ ਭੁੱਖ ਹੋਵੇ। ਇਹ ਨਹੀਂ ਵੀ ਤੁਸੀਂ ਗੈਸ ਛੱਡ ਕੇ ਲੋਕਾਂ ਦਾ ਬੇੜਾ ਗਰ ਕਰ ਦੋ, ਤੇ ਕਈ ਵਾਰ ਹੁੰਦਾ ਤੁਹਾਨੂੰ ਪਚਦਾ ਵੀ ਨਹੀਂ ਰਾਸ਼ਨ। ਬਿਲਕੁਲ, ਤੁਸੀਂ ਤੁਹਾਡੀ ਆਪਣੀ ਤਬੀਅਤ ਖਰਾਬ ਹੋ ਸਕਦੀ ਹੈ। ਰਾਸ਼ਨ ਐਵੇਂ ਸਫ਼ਰ ਵਿੱਚ ਪੀੜੀਏ ਨਾ, ਭਾਵੇਂ ਕਿੰਨੀ ਵੀ ਲੱਗੀ ਭੁੱਖ ਹੋਵੇ। ਤੇ ਫਲ ਛਾਂ ਵਾਲਾ ਰੁੱਖ ਵੱਢੀਏ ਨਾ, ਭਾਵੇਂ ਕਿੰਨਾ ਵੀ ਬੁੱਢਾ ਰੁੱਖ ਹੋਵੇ। ਔਲਾਦ ਕਿਸੇ ਦੀ ਦਾ ਮਾੜਾ ਤੱਕੀਏ ਨਾ, ਭਾਵੇਂ ਆਪਣੀ ਸੁੰਨੀ ਕੁੱਖ ਹੋਵੇ। ਬਿਲਕੁਲ। ਤੇ ਵਾਤਾਵਰਨ ਤੇ ਧਰਮ ਦੋਵੇਂ ਚੰਗੇ, ਪਰ ਜੇਕਰ ਸੂਝਵਾਨ ਥੋੜਾ ਮਨੁੱਖ ਹੋਵੇ। ਤੇ ਕਦੇ ਵਤਨ ਨਾ ਭੁੱਲੇ ਪਰਦੇਸੀਆਂ ਨੂੰ, ਭਾਵੇਂ ਲੱਖ ਪਰਦੇਸਾਂ ਵਿੱਚ ਸੁੱਖ ਹੋਵੇ। ਬਿਲਕੁਲ। ਤੇ ਦੌਲਤ ਸ਼ੋਹਰਤ ਵਕਤੀ ਖੇਡ ਹੈ ਬਲ, ਪਰ ਬੰਦਾ ਰੱਬ ਤੋਂ ਨਾ ਬੇਮੁਖ ਹੋਵੇ। ਬਸ ਸਾਰਾ ਤੋਂ ਹੋ ਜੋ, ਕੋਈ ਗੱਲ ਨਹੀਂ, ਸਰ ਜਾਂਦਾ ਵਾ। ਜਿੱਦਣ ਉਹਦੇ ਤੋਂ ਬੇਮੁਖ ਹੋ ਗਏ ਨਾ, ਫਿਰ ਜਿਵੇਂ ਆਂਦੇ ਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਉਦਣ ਹੀ ਵਿਯੋਗ ਅਸਲੀ ਸ਼ੁਰੂ ਹੁੰਦਾ। ਬਾਕੀ ਦੇ ਵਿਛੋੜੇ ਵਿਯੋਗ ਤੇ ਐਵੇਂ ਚੱਲ ਜਾਂਦੇ ਆ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਜੀ, ਕਿ ਜਿਵੇਂ ਤੁਸੀਂ ਕਿਹਾ, ਤੇ ਜਾਂ ਹੋਰ ਲੋਕੀ ਕਹਿ ਰਹੇ ਜੀ ਉਹ ਬੰਦਾ ਉਧਰ ਪਾਰਟੀ ਛੱਡ ਕੇ ਉਧਰ ਚਲ ਗਿਆ, ਉਧਰ ਛੱਡ ਕੇ ਉਧਰ ਚਲ ਗਿਆ। ਇਹ ਹੁੰਦੇ ਸਤਾਰੇ। ਸਿੱਧੂ ਸਾਹਿਬ ਕਤਲ ਤੋਂ ਬਾਅਦ ਵੀ MP ਬਣੇ। ਇਹ ਕਤਲ ਤੋਂ ਬਾਅਦ ਦੀਆਂ ਗੱਲਾਂ ਨੇ ਜੀ। ਹਾਂਜੀ ਹਾਂਜੀ, ਮੈਂਬਰ ਪਾਰਲੀਮੈਂਟ, ਕ੍ਰਿਕਟ ਵੀ ਖੇਡੀ, ਕਮੈਂਟਰੀ ਵੀ ਕੀਤੀ। ਕਪਲ ਦੇ ਸ਼ੋਅ 'ਚ 25 ਲੱਖ, ਮੈਂ ਐਵਰੇਜ ਨਹੀਂ ਮੈਨੂੰ ਪਤਾ, ਜੋ ਸੁਣਿਆ ਆਪਾਂ ਨੇ ਗੱਲ। ਪੈਸੇ ਚਲੋ 25 ਨਾ ਹੁਣ, ਚੰਗੇ ਪੈਸੇ ਮਿਲਦੇ। ਪੈਸਾ ਰੱਜ ਕੇ ਕਮਾਇਆ, ਕਮੈਂਟਰੀ ਵਾਲੇ ਪਾਸੇ ਕਮਾਇਆ, MP ਬਣੇ, MLA ਬਣੇ, ਮੰਤਰੀ ਬਣੇ, ਮੰਤਰੀ ਤੋਂ ਨਿਕਲੇ, ਸਾਰਾ ਕੁਝ ਹੋਇਆ। ਲੇਕਿਨ ਮੈਂ ਉਹ ਤੁਹਾਨੂੰ ਗੱਲ ਦੱਸਦਾ ਵੀ ਇਹ ਪਰਮਾਤਮਾ ਦੀ ਮਿਹਰ ਹੁੰਦੀ ਹੈ। ਸਿਆਣੇ ਕਹਿੰਦੇ ਕਿ ਤਪੋ ਰਾਜ ਤੇ ਰਾਜੋ ਨਰਕ। ਬਿਲਕੁਲ। ਕਿਉਂਕਿ ਉਹ ਵੇਖਦਾ ਪਰਖਦਾ ਆ, ਉਹ ਤੁਹਾਨੂੰ ਜਿਹੜੇ ਪਿਛਲੇ ਕੀਤੇ ਕਰਮਾਂ ਦਾ ਫਲ। ਕਈ ਵਾਰ ਕਈ ਲੋਕੀ ਕਹਿ ਦਿੰਦੇ ਜੀ ਫਲਾਣੇ ਬੰਦੇ ਨੇ ਇੰਨੇ ਜ਼ੁਲਮ ਕੀਤੇ, ਉਹਨੇ ਪਾਇਆ ਕੁਛ ਨਾ। ਤੇ ਜਦੋਂ ਬੰਦੇ ਦਾ ਬਜ਼ੁਰਗਪੁਣਾ ਵੇਖੀਏ ਨਾ, ਤਾਂ ਗਰਕਿਆ ਹੁੰਦਾ ਬਿਲਕੁਲ। ਅਸਲੀ ਸਭ ਤੋਂ ਵੱਡਾ ਸਿਆਣਿਆਂ ਦੇ ਕਿ ਵਿੱਚ ਜਵਾਨੀ ਦੁੱਖ ਨਾ ਕੋਈ, ਤੇ ਅਸਲੀ ਦੁੱਖ ਵਿੱਚ ਬੁਢਾਪੇ। ਉਦੋਂ ਬੰਦਾ 100 ਝੱਲ ਜਾਂਦਾ ਤੇ ਇਹਦੋਂ 100 ਸਿਆਪੇ। ਉਦੋਂ ਹਰ ਗੱਲ ਸਾਨੂੰ ਬੁਢਾਪੇ 'ਚ ਕੀ ਨਿੱਕੀ ਨਿੱਕੀ ਬੱਚਾ ਐਵੇਂ ਬੁਢਾਪੇ 'ਚ ਬੰਦਾ ਬੱਚਾ ਹੋ ਜਾਂਦਾ, ਕਿਉਂਕਿ ਹਰ ਗੱਲ ਸਾਨੂੰ ਦੁੱਖ ਦੀ ਆ, ਛੋਟੀ ਛੋਟੀ ਗੱਲ। ਤੇ ਇਹ ਨੋਟ ਕਰਕੇ ਰੱਖਿਓ ਜੀ, ਰੱਬਾ ਤੇਰੀ ਜੇ ਹੋਵੇ ਮਿਹਰਬਾਨੀ ਤਾਂ ਗਧੇ ਕਰਨ ਭਲਵਾਨੀ। ਉਹਦੀ ਰਜ਼ਾ ਚਾਹੀਦੀ ਆ। ਗਧੇ ਵੀ ਭਲਵਾਨੀ ਕਰਦੇ, ਕਿਉਂਕਿ ਇਹਨੂੰ ਗਲਤ ਪਾਸੇ ਨਾਲ ਲੈ ਕੇ ਜਾਓ। ਇਹ ਕਹਾਵਤ ਆ। ਹੁਣ ਆਮ ਆਦਮੀ ਪਾਰਟੀ 'ਚ ਮੇਰੇ ਉਹ ਵੀਰ, ਉਹ ਭਰਾ ਜਿੱਤੇ ਨੇ ਜੀ, ਜਿਨ੍ਹਾਂ ਦੀ ਆਸ ਕੋਈ ਨਹੀਂ ਸੀ। ਬਿਲਕੁਲ। ਜੇ ਸਿਆਸਤ ਵਾਲੇ ਪੱਖ ਤੋਂ ਵੇਖੀ, ਉਹ ਜਿੱਤ ਨਹੀਂ ਸਕਦੇ, ਜਿੱਤੇ। ਤੇ ਜਦੋਂ ਹੁਣ ਵੇਖੋ ਜੀ, ਜਦੋਂ ਹਟੀ ਤੇਰੀ ਦ੍ਰਿਸ਼ਟੀ, ਤੇ ਫਿਰ ਪਰੇਸ਼ਾਨੀ ਹੀ ਪਰੇਸ਼ਾਨੀ। ਸਿੱਧੂ ਸਾਹਿਬ ਲਾ ਲਓ, ਜਾਖੜ ਸਾਹਿਬ ਲਾ ਲਓ, ਜਾਂ ਹੋਰ ਜਿਹੜੇ ਕਾਂਗਰਸ ਦੇ ਹਾਰੇ ਜਾਂ ਦੂਜੇ ਹਾਰੇ, ਜਾਂ ਆਪਣੇ ਵੱਡੇ ਬਾਦਲ ਸਾਹਿਬ ਲਾ ਲਓ, ਵੀ ਜਦੋਂ ਹਟੀ ਤੇਰੀ ਦ੍ਰਿਸ਼ਟੀ ਫਿਰ ਪਰੇਸ਼ਾਨੀ ਹੀ ਪਰੇਸ਼ਾਨੀ। ਹੁਣ ਦੁਨੀਆ ਦੇ ਜੇਤੂਆਂ ਨੂੰ ਵੀ ਤੂੰ ਰੱਖ ਦੇਵੇਂ ਵਕਤ ਪਾ ਕੇ। ਪਿਆ ਨਾ ਕਿੰਨੀ ਵਾਰ MLA MP। ਜਾਖੜ ਸਾਹਿਬ ਦੇ ਬਲਰਾਮ ਜਾਖੜ, ਉਹਨਾਂ ਦੇ ਪਿਓ, ਉਹਨਾਂ ਦੇ ਫਾਦਰ ਸਾਹਿਬ, ਪਿਓ ਨਹੀਂ ਮੈਂ ਕਹਾਂਗਾ ਜੀ, ਫਾਦਰ ਸਾਹਿਬ। ਮੈਂ 78 ਤੋਂ ਤਕਰੀਬਨ ਸਿਆਸਤ ਦੇ ਬਾਰੇ ਮਾੜਾ ਮੋਟਾ ਜਿਹੜਾ ਗਿਆਨ ਰੱਖਦਾ ਜੀ। ਉਹ 77 'ਚ ਬਾਦਲ ਸਾਹਿਬ ਸਾਡੇ ਨਾਲ ਪਹਿਲੀ ਵਾਰ ਅੰਮ੍ਰਿਤਸਰ 'ਚ ਆਏ ਨਿੱਕਰ ਪਾ ਕੇ। ਤੇ ਉਦੋਂ ਇਹ ਜਨਸੰਘ ਹੁੰਦੀ ਸੀ ਪਾਰਟੀ। BJP ਬੜੀਆਂ ਲੰਮੀਆਂ ਗੱਲਾਂ ਨੇ, ਕਿਤੇ ਭਾਜੀ ਮੌਕਾ ਮਿਲਿਆ ਕਰਾਂਗੇ ਲੋਕਾਂ ਦਾ ਗੱਲਾਂ ਸਾਂਝੀਆਂ। ਵੇਖੋ ਜੀ, ਦੁਨੀਆ ਦੇ ਜੇਤੂਆਂ ਨੂੰ ਤੂੰ ਰੱਖ ਦੇਵੇਂ ਵਕਤ ਪਾ ਕੇ, ਕੁੱਲੀਆਂ ਵੀ ਮਹਿਲ ਬਣਦੀਆਂ ਤੂੰ ਜਿੱਥੇ ਬੈਠ ਜਾਏ ਆ ਕੇ। ਜਿੱਥੇ ਆ ਕੇ ਉਹਨੇ ਬਹਿਣਾ ਜੀ, ਉਹ ਕੁੱਲੀਆਂ ਵੀ ਮਹਿਲ ਬਣਦੀਆਂ। ਉਹਨੂੰ ਜਾਣ ਦੀ ਲੋੜ ਹੀ ਨਹੀਂ, ਉਹ ਤਾਂ ਇੱਥੇ ਬੈਠਾ ਆ। ਇਹ ਤਾਂ ਸਾਡੇ ਸੋਚਣ ਦੀ ਗੱਲ ਹੈ ਨਾ। ਉਹ ਕਹਿੰਦੇ ਨਾ ਕਿ ਬੁੱਲਿਆ ਰੱਬ ਤੇਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਇਹ ਅਸਲ ਵਜੀਦੇ ਦਾ ਆ ਸ਼ੇਰ ਜੀ, ਪਰ ਲੋਕਾਂ ਨੇ ਬਾਬਾ ਬੁੱਲੇ ਸ਼ਾਹ ਨਾਲ ਜੋੜ ਲਿਆ। ਆਪਾਂ ਵੀ ਇਸੇ ਕਰਕੇ ਤਾਂ ਬੋਲਤਾ। ਜਦੋਂ ਪੜ੍ਹੋਗੇ ਕਿਤਾਬਾਂ ਫਿਰ ਪਤਾ ਲੱਗੂਗਾ ਜੀ, ਕਿ ਜਿਹਦੇ ਬਾਰੇ ਔਲਾਦ ਦੇ ਬਾਰੇ 'ਚ
ਸਾਡੇ ਵਜੀਦਾ ਜੀ ਨੇ ਕਾਫੀ ਕੁਝ ਲਿਖਿਆ ਵੀ ਇਕਨਾਂ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਵੀ ਪੀੜ੍ਹੀ ਕਿੱਡੀ ਲੰਮੀ ਹੋ ਜਾਂਦੀ ਹੈ। ਇਕਨਾਂ ਦੇ ਘਰ ਧੀ ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਤੇ ਉਹ ਵੀ ਜਾਵੇ ਮਰ, ਵਜੀਦਾ ਕੌਣ ਕਹੇ ਮੇਰੇ ਸਾਹਿਬ ਨੂੰ ਸਾਹਿਬਾਂ ਇੰਜ ਨਹੀਂ ਇੰਜ ਕਰ। ਤੇ ਉਹ ਵਜੀਦਾ ਜੀ ਉਹ ਵੀ ਰਾਈਟਰ ਹੋਏ ਨੇ ਬਹੁਤ ਵਧੀਆ ਸਾਡੀ ਪੰਜਾਬੀ ਦੇ, ਕਿਉਂਕਿ ਜਦੋਂ ਤੁਸੀਂ ਪੰਜਾਬੀ ਦਾ ਪੜ੍ਹਨਾ ਸ਼ੁਰੂ ਕਰੋਗੇ ਨਾ ਤੁਹਾਨੂੰ ਅਥਾਹ ਪੜ੍ਹਾ ਰਿਹਾ। ਬਿਲਕੁਲ। ਹੁਣ ਵੇਖੋ ਜੀ, ਦੁਨੀਆ ਦੇ ਜੇਤੂਆਂ ਨੂੰ ਵੀ ਰੱਖ ਦੇਵੇਂ ਵਕਤ ਪਾ ਕੇ, ਤੇ ਕੁੱਲੀਆਂ ਵੀ ਮਹਿਲ ਬਣਦੀਆਂ ਜਿੱਥੇ ਬਹਿ ਜਾਏ ਆ ਕੇ। ਤੂੰ ਬਜ਼ੁਰਗਾਂ ਤੋਂ ਜਿਮ ਕਰਾਵੇਂ ਤੇ ਮੰਜੀਆਂ ਤੇ ਰੋਲੇ ਜਵਾਨੀ, ਤੇ ਰੱਬਾ ਜੇ ਤੇਰੀ ਹੋਵੇ ਮਿਹਰਬਾਨੀ ਤੇ ਫਿਰ ਗਧੇ ਕਰਨ ਪਹਿਲਵਾਨੀ। ਤੇਰੀਆਂ ਰਹਿਮਤਾਂ ਦੇ ਨਾਲ ਜੱਗ ਉੱਤੇ ਮੌਜ ਬਹਾਰਾਂ, ਉਹਦੀ ਰਹਿਮਤ ਹੋਵੇ ਤੇ ਹਰ ਗੱਲ 'ਚ ਖੁਸ਼ੀ ਹੈ। ਮੌਜ ਬਹਾਰਾਂ ਨੇ ਤਖਤ ਬਣਾਵੇਂ ਤਖਤੇ ਰਾਜੋਂ ਜੇਲ੍ਹ, ਜਦ ਹੋਏ ਤੇ ਫਾਂਸੀ ਵੈਸੇ ਹੁੰਦੀ ਪਰ ਲੇਕਿਨ ਰਾਜੋਂ ਜੇਲ੍ਹ। ਤਖਤ ਬਣਾਵੇ ਤਖਤੇ ਤੇ ਪਲਟ ਦੇਵੇਂ ਸਰਕਾਰਾਂ, ਕਦੇ ਜਿਨ੍ਹਾਂ ਦੇ ਨਾਂ ਦੇ ਸਿੱਕੇ ਚੱਲਦੇ ਤੇ ਹੁਣ ਜਗ ਤੇ ਨਹੀਂ ਨਿਸ਼ਾਨੀ। ਨਿਜ਼ਾਮ ਸੱਕੇ ਵਰਗੇ ਜਿਹਨਾਂ ਚੰਮ ਦੇ ਸਿੱਕੇ ਚਲਾਤੇ ਸੀਗੇ। ਨਿਜ਼ਾਮ ਸੱਕਾ ਇੱਕ ਹੋਇਆ ਜੀ। ਹਾਂ, ਜਿਹੜੇ ਔਰੰਗਜ਼ੇਬ ਤੋਂ ਲੈ ਕੇ ਔਰੰਗਜ਼ੇਬ ਤੋਂ ਨਹੀਂ ਲੈ ਕੇ ਅਕਬਰ ਤੋਂ ਲੈ ਕੇ ਜਿਹਨਾਂ ਸਾਰੇ ਮੁਗਲਾਂ ਦੇ ਸਿੱਕੇ ਚੱਲਦੇ ਰਹੇ, ਆਪੋ ਆਪਣੇ ਅਲੱਗ ਸਿੱਕੇ ਚੱਲਦੇ ਰਹੇ। ਬਿਲਕੁਲ। ਤੇ ਗੋਰਿਆਂ ਦੇ ਅੰਗਰੇਜ਼ਾਂ ਦੇ ਅਲੱਗ ਸਿੱਕੇ ਚੱਲਦੇ ਸੀ, ਜਦੋਂ ਇੰਡੀਆ ਦਾ ਹੁਣ ਆਪਣਾ ਅਲੱਗ ਸਿੱਕਾ ਚੱਲਦਾ। ਕਦੇ ਜਿਨ੍ਹਾਂ ਦੇ ਨਾਂ ਤੇ ਸਿੱਕੇ ਚੱਲਦੇ ਹੁਣ ਜੱਗ ਤੇ ਨਹੀਂ ਨਿਸ਼ਾਨੀ, ਔਰ ਰੱਬਾ ਜੇ ਤੇਰੀ ਮਿਹਰਬਾਨੀ ਤਾਂ ਕਦੇ ਕਰਨ ਪਹਿਲਵਾਨੀ। ਤੂੰ ਪੱਥਰਾਂ ਵਿੱਚ ਫੁੱਲ ਲਗਾਵੇਂ ਤੇ ਮਾਰੂ ਥਲਾਂ ਵਿੱਚ ਪਾਣੀ। ਵੇਖਿਆ ਸੀ ਨਾ ਪਿੱਛੇ ਜੇ ਤੁਸੀਂ ਸ਼ਾਇਦ ਜੋ ਰਾਜਸਥਾਨ 'ਚ ਕਿੰਨਾ ਮੀਂਹ ਪੈ ਗਿਆ ਸੀ, ਪਾਣੀ ਪਾਣੀ ਹੋ ਗਿਆ ਸੀ। ਹਾਂਜੀ ਹਾਂਜੀ ਹਾਂਜੀ। ਤੂੰ ਪੱਥਰਾਂ ਵਿੱਚ ਫੁੱਲ ਲਗਾਵੇਂ ਤੇ ਮਾਰੂ ਥਲਾਂ ਵਿੱਚ ਪਾਣੀ, ਹਰ ਸਾਗਰ ਤੋਂ ਪਾਰ ਹੁੰਦਾ ਤੇ ਜਿਨੇ ਤੇਰੀ ਰਮਜ ਪਛਾਣੀ, ਤੇ ਤੇਰੇ ਤੋਂ ਮੂੰਹ ਮਾੜਨ ਵਾਲੇ ਦੀ ਲਾਭ, ਤੇਰੇ ਤੋਂ ਮੂੰਹ ਮੋੜਨ ਵਾਲੇ ਦਾ ਲਾਭ ਵੀ ਹੋ ਜਾਏ ਹਾਨੀ। ਤੇ ਰੱਬਾ ਜਿੱਥੇ ਤੇਰੀ ਮਿਹਰਬਾਨੀ ਉੱਥੇ ਗਧੇ ਕਰਨ ਪਹਿਲਵਾਨੀ। ਸਾਡੇ ਵਰਗੇ ਬੰਦੇ ਵੀ ਲਿਖਣਾ ਸਿੱਖ ਜਾਂਦੇ ਜੀ ਉਹਦੀ ਮਿਹਰਬਾਨੀ ਹੋਵੇ, ਤੇ ਹੈ ਨਹੀਂ ਦਿਮਾਗ ਕੋਲ। ਰਸਤਾ ਦਿਸੇ ਪਰ ਤੁਰ ਨਾ ਦੇਵੇਂ, ਇਹੀ ਕਹਿੰਦੇ ਆ ਜੀ ਫਲਾਣਾ ਬੰਦੇ ਨੂੰ ਕੰਮ ਹੀ ਨਹੀਂ ਕਰਦਾ, ਮਿਹਨਤ ਹੀ ਨਹੀਂ ਕਰਦਾ। ਅਸਲ 'ਚ ਹੁੰਦੀ ਕਿ ਕਿਸਮਤ ਮਿਹਨਤ ਦੋਵੇਂ ਰਲਦੀਆਂ ਤੇ ਫਿਰ ਤਰੱਕੀ ਹੁੰਦੀ ਆ। ਕੱਲੀ ਮਿਹਨਤ ਨਾਲ ਤਾਂ ਲੋਕੀ ਸੜਕਾਂ ਤੋੜ ਤੋੜ ਕੇ ਇੰਨੇ ਨਹੀਂ ਬਜਰੀ ਇੰਨੇ ਨਹੀਂ ਕਰ ਦਿੰਦੇ ਆ, ਉਹ ਘੱਟ ਮਿਹਨਤ ਨਹੀਂ ਹੁੰਦੀ। ਕਿਸਾਨ ਇੰਨੇ ਹਲ ਵਾਹ ਕੇ ਇੰਨਾ ਕੁਝ ਕਰਦਾ ਤੇ ਜਦੋਂ ਮੀਂਹ ਪਾ ਕੇ ਇੱਕਦਮ ਕਰਦੇ ਉਹਦੀ ਮਿਹਨਤ ਸਾਰੀ ਜਾ ਚੱਲ ਜਾਂਦੀ। ਉਹਦੀ ਮਿਹਰਬਾਨੀ ਇਹ ਉਹ ਚੀਜ਼ ਹੈ ਜੀ। ਰਸਤਾ ਦਿਸੇ ਪਰ ਤੁਰ ਨਾ ਦੇਵੇਂ, ਜੇ ਤੂੰ ਨਾ ਚਾਹਵੇਂ, ਸੂਰਜ ਚਮਕਦਿਆਂ ਵੀ ਠੰਡ ਲੱਗੇ ਤੇ ਗਰਮੀ ਲੱਗੇ ਛਾਵੇਂ, ਜਦੋਂ ਤਾਪ ਹੁੰਦਾ ਬੰਦੇ ਨੂੰ ਚੜ੍ਹਦਾ। ਰਸਤਾ ਦਿਸੇ ਪਰ ਤੁਰ ਨਾ ਦੇਵੇਂ, ਜੇ ਤੂੰ ਨਾ ਚਾਹਵੇਂ, ਸੂਰਜ ਚਮਕਦਿਆਂ ਵੀ ਠੰਡ ਲੱਗੇ ਤੇ ਗਰਮੀ ਲੱਗੇ ਛਾਵੇਂ। ਇੱਥੇ ਤਾਂ ਵੈਸੇ ਲੱਗਦੀ ਹੈ ਸਿਆਲ 'ਚ। ਘੁੰਮ ਕੇ ਵੇਖੀ ਬੱਲ ਨੇ ਦੁਨੀਆ ਪਰ ਤੇਰਾ ਕੋਈ ਨਾ ਸਾਨੀ, ਰੱਬਾ ਜੇ ਤੇਰੀ ਮਿਹਰਬਾਨੀ ਤਾਂ ਗਧੇ ਕਰਨ ਪਹਿਲਵਾਨੀ। ਬਾਕੀ ਜਦੋਂ ਹੱਡੀ ਤੇਰੀ ਦ੍ਰਿਸ਼ਟੀ ਫਿਰ ਪਰੇਸ਼ਾਨੀ ਪਰੇਸ਼ਾਨੀ। ਬਾਲਾ ਸਾਹਿਬ ਇੱਕ ਮੈਂ ਗੱਲ, ਮੈਨੂੰ ਤੁਹਾਡੀ ਕਵਿਤਾ ਦੇ ਵਿੱਚ ਤੁਸੀਂ ਅਖੀਰ ਵਿੱਚ ਆਪਦਾ ਨਾਂ ਕਦੀ ਬਾਊ ਕਹਿੰਦੇ ਹੋ, ਕਦੀ ਬੱਲ ਕਹਿੰਦੇ ਹੋ। ਬੱਲ ਇਹਨਾਂ ਦਾ ਪਿੰਡ ਹੈ ਜੀ ਅਸਲ 'ਚ, ਬਾਊ ਇਹਨਾਂ ਦੀ ਮਾਤਾ ਵੱਲੋਂ ਪਿਆਰ ਨਾਲ ਰੱਖਿਆ ਨਾਂ। ਬਾਲਾ ਸਾਹਿਬ ਤੁਸੀਂ ਜਿਹੜਾ ਉਹ ਪਿੰਡ ਦੀ ਨਾਲ ਨਾਂ ਨੂੰ ਆਪਦੇ ਨਾਂ ਨਾਲ ਜੋੜਿਆ ਹੋਇਆ, ਇਹਦੇ ਪਿੱਛੇ ਵੈਸੇ ਕਾਰਨ ਕੀ? ਉਂਝ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਬਾਦਲ ਪਿੰਡ ਦਾ ਨਾਂ ਆਪਦੇ ਨਾਲ ਜੋੜਿਆ, ਜਗਦੇਵ ਸਿੰਘ ਤਲਵੰਡੀ ਨੇ ਜਗਦੇਵ ਸਿੰਘ ਤਲਵੰਡੀ ਨਾਂ ਜੋੜਿਆ, ਟੌੜਾ ਨਾਂ ਜੋੜਿਆ, ਬਰਨਾਲਾ ਨਾਂ ਜੋੜਿਆ, ਤੁਸੀਂ ਵੀ ਬੱਲ ਜੋੜਿਆ। ਇਹਦੇ ਪਿੱਛੇ ਕੀ ਕਾਰਨ? ਨਹੀਂ, ਬੱਲ ਮੈਂ ਇਸ ਕਰਕੇ ਨਹੀਂ ਜੋੜਿਆ ਜੀ ਕਿ ਨਾਂ ਦਾ ਕਰਕੇ ਨਹੀਂ ਜੋੜਿਆ। ਬੱਲ ਇੱਕ ਪਿੰਡ ਹੈ, ਇੱਕ ਗੋਤ ਵੀ ਸਾਡੀ ਬੱਲ ਆ, ਦੋ ਚੀਜ਼ਾਂ ਨੇ। ਦੂਸਰੀ ਗੱਲ ਛੋਟਾ, ਮੇਰਾ ਨਾਂ ਅਸਲ ਬੜਾ ਲੰਮਾ ਜੀ ਗੁਰਨਿੰਦਰ। ਉਹ ਜਦੋਂ ਲਿਖਣਾ ਅਸੀਂ ਸ਼ੁਰੂ ਕਰਦੇ ਜਾਂ ਜਦੋਂ ਪੜ੍ਹਦੇ ਦੂਜੇ ਕਵੀਆਂ ਨੂੰ, ਸਾਡੇ 'ਚ ਕਹਿੰਦੇ ਕਿ ਕਾਫੀਆ ਜਿਹੜਾ ਜੀ ਤੰਗ ਨਾ ਹੋ ਜਾਏ ਜਾਂ ਕਾਫੀਆ ਖਿਲਰ ਨਾ ਜਾਏ, ਜਾਂ ਕਹਿੰਦੇ ਕਿ ਰਦੀਫ ਜਿਹੜੀ ਉਹ ਟਿਕਾਣੇ 'ਚ ਨਹੀਂ ਆ ਰਹੀ, ਜਾਂ ਕਈ ਵਾਰ ਅਸੀਂ ਬਿਲਕੁਲ ਠੇਠ ਪੰਜਾਬੀ 'ਚ ਅਸੀਂ ਕਹੀ ਜਿਹੜੀ ਲਾਈਨ ਆ, ਅੰਗਰੇਜ਼ੀ 'ਚ ਲਾਈਨ ਹੁੰਦਾ, ਪੰਜਾਬੀ 'ਚ ਹੁੰਦੀ ਸਤਰ। ਸਤਰ ਦੀ ਮੁਕਾਈ ਨਹੀਂ ਹੁੰਦੀ, ਕਿਉਂਕਿ ਇਹਨਾਂ 'ਚ ਮੁਕਾਈਆਂ ਬੜੀਆਂ ਜ਼ਰੂਰੀ ਨੇ। ਇਹ ਪਹਿਲਾਂ ਤਾਂ ਅਸੀਂ ਵੀ ਐਂ ਲਿਖੀ ਗਏ, ਐਂ ਚੱਲੀ ਗਿਆ, ਤੇ ਜਦੋਂ ਪੜ੍ਹਿਆ ਸਾਰਿਆਂ ਨੂੰ ਵੱਡੇ ਵਧੀਆ ਲੇਖਕਾਂ ਨੂੰ ਇਹ ਉਦੋਂ ਪਤਾ ਲੱਗਾ ਵੀ ਭਾਈ ਇਹ ਚੀਜ਼ ਫਿੱਟ ਕਰਨ ਲਈ ਜਗ੍ਹਾ ਬਣਾਉਣੀ ਪੈਣੀ। ਤੁਸੀਂ ਕਾਫੀਆ ਰਦੀਫ ਦੀ ਗੱਲ ਕੀਤੀ, ਸ਼ਾਇਦ ਸਾਰਿਆਂ ਨੂੰ ਸਮਝ ਨਹੀਂ ਆਉਂਦੀ। ਇਹ ਕਵਿਤਾ ਦੇ ਜਿਹੜੇ ਇੱਕ ਪੈਰਾਮੀਟਰ ਹੈ ਜੀ, ਕਿਉਂਕਿ ਅਸੀਂ ਮੁਕਾਈ ਦਾ ਮਤਲਬ ਹੁੰਦਾ ਕਿ ਜਿੱਥੇ ਜਾ ਕੇ ਚੀਜ਼ ਮੁੱਕਦੀ ਹੈ ਨਾ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਵੀ ਜਿਸ ਤਰ੍ਹਾਂ ਹੁਣ ਪੜ੍ਹ ਕੇ ਸੁੱਖ ਹੋਵੇ ਜਾਂ ਦੁੱਖ ਹੋਵੇ, ਮੁਕਾਈ ਹੈ। ਲੇਕਿਨ ਕਈ ਵਾਰ ਜਦੋਂ ਅਸੀਂ ਨਵਾਂ ਲਿਖਣਾ ਸ਼ੁਰੂ ਕਰਦੇ ਅਸੀਂ ਹੋਰ ਗੱਲਾਂ ਪਾਈ ਜਾਂਦੇ। ਹੁਣ ਇੱਥੇ ਵੇਖੋ, ਦੁੱਖ ਭੁੱਖ ਰੁੱਖ ਕੁੱਖ ਮਨੁੱਖ ਸੁੱਖ
ਇਹ ਚੀਜ਼ਾਂ ਸਾਨੂੰ ਬੜੇ ਆਵਾਜ਼ ਇੱਕ ਆਉਣੀ ਚਾਹੀਦੀ ਹੈ ਲਾਸਟ ਜਿਹੜੇ। ਹਾਂ, ਮਕਾਈ ਜਿਹੜੀ ਹੈ ਜੀ, ਮਕਾਈ ਤੁਹਾਡੀ ਉਸ ਤਰੀਕੇ ਨਾਲ ਬੋਲਣੀ ਚਾਹੀਦੀ। ਤੁਸੀਂ ਦੁਆ ਲਿਖਦੇ ਜੀ, ਚੌਕਾ ਲਿਖਦੇ ਜੀ, ਛੱਕਾ ਲਿਖਦੇ ਜੀ, ਤੇ ਜਾਂ ਕਈ ਵਾਰ ਹੁੰਦਾ ਕਿ ਜਦੋਂ ਤੁਸੀਂ ਗਾਣਾ ਲਿਖਦੇ ਜੀ ਉਹ ਚੀਜ਼ ਹੋ ਰਿਹਾ, ਗਾਣੇ 'ਚ ਤੁਸੀਂ 2 ਪਹਿਲੀਆਂ ਸਤਰਾਂ ਲਿਖ ਕੇ ਤੇ ਉਹਦੇ ਬਾਅਦ ਕ੍ਰਾਸ ਲਾਈਨ ਹੁੰਦੀ ਹੈ ਇੱਕ, ਉਹ ਲਿਖ ਕੇ ਉਹਦੇ ਬਾਅਦ ਮਕਾਈ ਕਰਦੇ ਜੀ। ਇਹ ਬੜਾ ਲੰਮੀ ਚੌੜੀ ਚੀਜ਼ ਹੈ ਵੀ ਭਾਜੀ, ਕਿਸੇ ਨੂੰ ਬੈਠੇ ਕਿਸੇ ਕਰਾਂਗੇ ਗੱਲਾਂ ਬਾਤਾਂ, ਕਿਉਂਕਿ ਮੈਂ ਇਹਨਾਂ ਗਿਆਨ ਨਹੀਂ ਮੈਨੂੰ। ਪਰ ਮੈਂ ਤਾਂ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਵੀ ਪਿੰਡ ਦਾ ਨਾਂ, ਹਾਂਜੀ ਚਲੋ ਗੋਤ ਦਾ ਤੁਹਾਡਾ ਬਲ ਨਹੀਂ, ਪਿੰਡ ਤੁਹਾਡਾ ਬਲ ਹੈ, ਉਹ ਜਿਹੜਾ ਬਲ ਤੁਸੀਂ ਨਾਲ ਆਪਦੇ ਚੱਕੀ ਫਿਰਦੇ ਆ, ਹਾਂਜੀ ਹਾਂਜੀ, ਭਾਰ ਨਹੀਂ ਹੈ, ਮਤਲਬ ਉਹ ਮੋਹ ਹੈ। ਹਾਂਜੀ ਹਾਂਜੀ, ਤੁਹਾਡਾ ਮੋਹ ਆ ਉਸ ਜ਼ਮੀਨ ਨਾਲ, ਉਸ ਧਰਤੀ ਨਾਲ, ਉਸ ਪਿੰਡ ਨਾਲ, ਪਿੰਡ ਦੇ ਲੋਕਾਂ ਨਾਲ, ਉੱਥੋਂ ਦੀ ਆਬੋ ਹਵਾ ਨਾਲ। ਠੀਕ ਹੈ ਜੀ। ਜਦੋਂ ਤੁਸੀਂ ਬਲ ਕਹਿੰਦੇ ਹੋ ਤੇ ਤੁਹਾਨੂੰ ਸਾਰਾ ਕੁਝ ਸਾਹਮਣੇ ਆ ਜਾਂਦਾ, ਪਿੰਡ ਦੀ ਸੱਥ ਸਾਹਮਣੇ ਆ ਜਾਂਦੀ ਹੈ, ਪਿੰਡ ਦੇ ਬਜ਼ੁਰਗ ਸਾਹਮਣੇ ਆ ਜਾਂਦੇ ਆ, ਉੱਥੇ ਚਾਚੇ ਤਾਏ, ਵੱਡੇ ਵਡੇਰੇ, ਛੋਟੇ ਬੱਚੇ, ਨਾਲ ਦੇ ਹਾਣੀ, ਉਹ ਸਾਰਾ ਕੁਝ ਚੇਤੇ ਆ ਜਾਂਦਾ। ਠੀਕ ਹੈ ਜੀ। ਇਹ ਵੈਸੇ ਇੱਥੇ ਰਹਿ ਕੇ, ਇੱਥੇ ਆਇਆ ਨਾ ਤੁਹਾਨੂੰ ਧਾਕਾ ਹੋ ਗਿਆ, ਧਾਕੇ ਤੋਂ ਵੱਧ ਟਾਈਮ ਹੋ ਗਿਆ, ਤੇ ਉਹ ਭੁੱਲਦਾ ਨਹੀਂ। ਕਿੱਥੇ ਭੁੱਲਦਾ ਜੀ। ਮੈਂ ਚੰਦ ਲਾਈਨਾਂ ਲਿਖੀਆਂ ਵੀ ਸੀ, ਲਿਖੀਆਂ ਤਾਂ ਬਹੁਤ ਪਹਿਲਾਂ ਸੀਗੀਆਂ, ਪਰ ਅੱਜ ਤੁਹਾਡਾ ਧੰਨਵਾਦ, ਵਾਇਸ ਆਫ ਇੰਡੀਆ ਦਾ ਧੰਨਵਾਦ, ਜਿਹਨਾਂ ਮੌਕਾ ਦਿੱਤਾ, ਦਿਲ ਦਾ ਗੁਬਾਰ ਕੱਢ ਲਈ ਅੱਜ ਮੌਕਾ। ਇਹ ਦਿਲ ਦਾ ਗੁਬਾਰ ਚਲੋ ਤੁਸੀਂ ਕਹਿੰਦੇ ਪਏ ਹੋ, ਅਸਲ ਵਿੱਚ ਤਾਂ ਕੀ ਹੈਗਾ ਕਿ ਤੁਹਾਡਾ ਆਪਦੀ ਧਰਤੀ ਨਾਲ ਮੋਹ ਹੈ ਜਿਹੜਾ ਤੁਸੀਂ ਉਜਾਗਰ ਕਰਨਾ ਚਾਹੁੰਦੇ। ਸਾਰਿਆਂ ਨੂੰ ਹੀ ਹੁੰਦਾ, ਕੋਈ ਕਰ ਸਕਦਾ, ਕੋਈ ਨਹੀਂ ਕਰ ਸਕਦਾ, ਕੋਈ ਤੁਸੀਂ ਕਵਿਤਾ ਰਾਹੀਂ ਕਰਦੇ ਹੋ, ਕੋਈ ਉਂਝ ਬੋਲ ਕੇ ਕਰ ਸਕਦਾ। ਕਈ ਵਾਰ ਜੀ ਕਈ ਉਹ ਕਹਿੰਦੇ ਕਈ ਸੌਂ ਕੇ ਕੱਢਦੇ, ਕਈ ਰੋ ਕੇ ਕੱਢਦੇ, ਕਈ ਕੱਢਦੇ ਖੁਸ਼ੀਆਂ ਨਾਲ, ਬਾਕੀ ਜ਼ਿੰਦਗੀ ਤਾਂ ਸਾਰੇ ਕੱਢਣੀ ਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਹਾਂਜੀ, ਕਵਿਤਾ ਫਿਰ ਸੁਣਾਓ ਜੀ। ਚੰਦ ਲਾਈਨਾਂ ਜੀ, ਕਿ ਮੈਂ ਇੱਥੇ ਆਇਆ ਜਦੋਂ ਤੇ ਵੇਖਿਆ ਵੀ ਤਕਰੀਬਨ ਸੁੱਖ ਸਹੂਲਤਾਂ ਸਾਰਾ ਕੁਝ ਠੀਕ ਆ, ਲੇਕਿਨ ਜਿਹੜੀ ਉਹ ਖਿੱਚ ਜੀ ਹੁੰਦੀ ਹੈ ਜੀ, ਉਹ ਥੋੜੀ ਜਿਹੀ ਖਿੱਚ ਕੇ ਰੱਖਦੀ ਹੈ। ਫਿਰ ਮੈਂ ਮਨ ਨੂੰ ਇੱਕ ਦਿਨ ਮਿਹੜਾ ਜਿਹਾ ਮਾਰਿਆ ਆਪਣੇ ਮਨ ਨੂੰ, ਵੀ ਮਨਾ ਕਿਹੜੀਆਂ ਗੱਲਾਂ 'ਚ ਪਿਆ, ਨਹੀਂ ਛੱਡ ਨਹੀਂ ਜਿੰਦੇ, ਛੱਡ ਵੀ ਦੇ ਹੁਣ ਗਈਆਂ ਬੀਤੀਆਂ ਗੱਲਾਂ ਨੂੰ, ਛੱਡ ਨਹੀਂ ਜਿੰਦੇ, ਇੱਕ ਧਾਕਾ ਤੇ ਲੰਘ ਗਿਆ, ਵੀ ਛੱਡ ਵੀ ਹੁਣ ਗਈਆਂ ਬੀਤੀਆਂ ਗੱਲਾਂ ਨੂੰ, ਤੇ ਵਿੱਚ ਪਰਦੇਸੀ ਸੁੱਖ ਸਹੂਲਤਾਂ, ਤੇ ਤੂੰ ਕਿਉਂ ਨਹੀਂ ਭੁੱਲਦੀ ਬੱਲਾਂ ਨੂੰ। ਕਿਆ ਬਾਤ ਹੈ, ਤੂੰ ਬਲਖਾਂ ਨੂੰ ਭੁੱਲਦੀ ਕਿਉਂ ਨਹੀਂ। ਵਿੱਚ ਪਰਦੇਸੀ ਸੁੱਖ ਸਹੂਲਤਾਂ, ਤੇ ਤੂੰ ਕਿਉਂ ਨਹੀਂ ਭੁੱਲਦੀ ਬੱਲਾਂ ਨੂੰ। ਇਹ ਮੰਨਿਆ ਉੱਥੇ ਜੰਮਿਆ ਪਲਿਆ, ਤੇ ਕੀਤੀਆਂ ਉੱਥੇ ਪੜ੍ਹਾਈਆਂ ਤੂੰ, ਰਿਸ਼ਤੇਦਾਰ ਸੱਜਣ ਮਿੱਤਰ ਛੱਡੀਆਂ ਚਾਚੀਆਂ ਤਾਈਆਂ ਤੂੰ। ਕਈ ਹੋਣੇ ਉੱਥੇ ਕੰਮ ਕੀਤੇ, ਤੇ ਕਈ ਮਾਰੀਆਂ ਹੋਣੀਆਂ ਮੱਲਾਂ ਤੂੰ, ਪਰ ਛੱਡ ਵੀ ਜਿੰਦੇ ਹੁਣ ਛੱਡ ਵੀ ਦੇ ਬੀਤੀਆਂ ਉਹਨਾਂ ਗੱਲਾਂ ਨੂੰ, ਤੇ ਵਿੱਚ ਪਰਦੇਸੀ ਕਿਉਂ ਨਹੀਂ ਭੁੱਲਦੀ ਤੂੰ ਹੁਣ ਜਿੰਦੇ ਬੱਲਾਂ ਨੂੰ। ਹੁਣ ਵੇਖੋ ਜੀ, ਇੱਥੇ ਸੁੱਖ ਸਹੂਲਤਾਂ ਕੀ ਨੇ। ਸਾਫ਼ ਕਿੰਨਾ ਇੱਥੇ ਪੌਣ ਪਾਣੀ, ਪੌਣ ਹਵਾ, ਸਾਫ਼ ਕਿੰਨਾ ਇੱਥੇ ਪੌਣ ਪਾਣੀ, ਹਰ ਕੰਮ ਛੇਤੀ ਹੋ ਜਾਂਦਾ ਏ, ਕਿੰਨੀਆਂ ਸਾਰੀਆਂ ਸਹੂਲਤਾਂ ਇੱਥੇ, ਤੇ ਪੈਨਸ਼ਨ ਲਈ ਤੇਰਾ ਪਿਓ ਜਾਂਦਾ ਏ। 65 ਸਾਲ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ। ਹਾਂਜੀ ਹਾਂਜੀ। ਹੁਣ ਅੱਗੋਂ ਵੇਖੋ ਜੀ, ਪਾਰਕ ਗੁਰੂ ਘਰ ਤੇ ਮੰਦਿਰ, ਜਜ਼ਬਾਤ ਪਾਉਣ ਲਈ ਠੱਲਾਂ ਨੂੰ, ਜਜ਼ਬਾਤ ਨੂੰ ਜੇ ਠੱਲ ਪਾਉਣੀ ਆ ਤੇ ਗੁਰੂ ਘਰ ਵੀ ਆ, ਮੰਦਿਰ ਵੀ ਆ, ਤੇ ਪਾਰਕ ਵੀ ਆ, ਜਿੱਥੇ ਮਰਜ਼ੀ ਚੱਲ ਜਾਓ। ਪਾਰਕ ਗੁਰੂ ਘਰ ਤੇ ਮੰਦਿਰ, ਜਜ਼ਬਾਤੀ ਪਾਉਣ ਲਈ ਠੱਲਾਂ ਨੂੰ, ਛੱਡ ਨਹੀਂ ਜਿੰਦੇ, ਛੱਡ ਵੀ ਦੇ ਹੁਣ ਬੀਤੀਆਂ ਹੋਈਆਂ ਗੱਲਾਂ ਨੂੰ। ਵਿੱਚ ਪਰਦੇਸੀ ਲੱਖ ਸੁੱਖ ਸਹੂਲਤਾਂ, ਤੇ ਕਿਉਂ ਨਹੀਂ ਭੁੱਲਦੀ ਬੱਲਾਂ। ਹੁਣ ਵੇਖੋ ਜੀ, ਲੇਕਿਨ ਇਹ ਖਿੱਚ ਹੁੰਦੀ ਕਿਉਂ ਆ। ਸੁੱਖ ਸਹੂਲਤਾਂ ਭਾਵੇਂ ਘੱਟ ਸੀ, ਪਰ ਉੱਥੇ ਚੈਨ ਜਿਹਾ ਬਾਹਲਾ ਸੀ। ਸੁੱਖ ਸਹੂਲਤਾਂ ਭਾਵੇਂ ਘੱਟ ਸੀ, ਪਰ ਉੱਥੇ ਚੈਨ ਸੀ ਬਾਹਲਾ। ਹਵਾ ਪਾਣੀ ਤੇ ਖਾਣਾ ਪੀਣਾ ਸਾਫ਼ ਸੁਥਰਾ ਨਹੀਂ ਸੀ ਆਲਾ, ਵੀ ਭਾਵੇਂ ਬਹੁਤ ਵਧੀਆ ਨਹੀਂ ਸੀ ਆਲਾ, ਅਸੀਂ ਕਹਿੰਦੇ ਨੇ ਬਹੁਤ ਵਧੀਆ ਆਲਾ ਦਰਜੇ ਦਾ ਨਹੀਂ ਸੀ, ਅੱਵਲ ਦਰਜੇ ਦਾ ਨਹੀਂ ਸੀ, ਆਲੇ ਦਰਜੇ ਦਾ ਨਹੀਂ ਸੀ ਆਲਾ। ਫਿਰ ਵੀ ਦਿਲ ਕਿਉਂ ਸੁਣਨਾ ਚਾਹਵੇ ਸਪੀਕਰ ਰੌਲੇ ਟੱਲਾਂ ਨੂੰ। ਫਿਰ ਵੀ ਦਿਲ ਇਹ ਸੁਣਨਾ ਚਾਹਵੇ ਸਪੀਕਰ ਰੌਲੇ ਟੱਲਾਂ ਨੂੰ, ਤੇ ਫਿਰ ਉਹੀ ਇਹਨੇ ਛੱਡ ਨਹੀਂ ਜਿੰਦੇ, ਛੱਡ ਵੀ ਦੇ ਹੁਣ ਉਹਨਾਂ ਬੀਤੀਆਂ ਹੋਈਆਂ ਗੱਲਾਂ ਨੂੰ, ਤੇ ਵਿੱਚ ਪਰਦੇਸੀ ਸੁੱਖ ਸਹੂਲਤਾਂ, ਤੇ ਕਿਉਂ ਨਹੀਂ ਭੁੱਲਦੀ ਬੱਲਾਂ ਨੂੰ। ਕਿਆ ਬਾਤ ਹੈ। ਪੰਜਾਬੀ ਸੱਥ ਵਿੱਚ ਬੈਠ ਕੇ ਮੇਰੇ ਵੱਲੋਂ ਇਸ਼ਾਰਾ ਕਰਨ ਤੇ ਬਲ ਸਾਹਿਬ ਨੇ ਕਾਫੀ ਚੋਖਾ ਸਮਾਂ ਪਹਿਲਾਂ ਲਿਖੀ ਕਵਿਤਾ ਜਿਹੜੀ ਆ ਉਹ ਸੁਣਾਈ ਹੈ। ਅਸਲ ਵਿੱਚ ਕਵਿਤਾ ਸੁਣਾਉਣ ਦੇ ਪਿੱਛੇ ਜਾਂ ਮੇਰੇ ਵੱਲੋਂ ਇਹ ਚੋਹ ਬੁਲਾਉਣ ਦੇ ਪਿੱਛੇ ਇੱਕ ਕਾਰਨ ਹੈ, ਤੁਹਾਨੂੰ ਆਪਣਾ ਪਿੰਡ ਕਿੰਨਾ ਕੁ ਚੇਤੇ ਆਉਂਦਾ। ਬਿਲਕੁਲ ਬਿਲਕੁਲ। ਤੁਸੀਂ ਆਪਦੇ ਪਿੰਡ ਬਾਰੇ ਕੀ ਸੋਚਦੇ ਹੋ, ਕੀ ਸੱਚੀ ਮੁੱਚੀ ਚੇਤਾ ਆਉਂਦਾ ਕਿ ਭੁੱਲ ਭੁਲਾ ਗਏ ਹੋ। ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਇਸ ਪ੍ਰੋਗਰਾਮ 'ਚ ਵੀ ਸਾਡਾ ਆਹ ਪਿੰਡ ਆ, ਤੇ ਅਸੀਂ ਇਸ ਤਰੀਕੇ ਨਾਲ, ਚਲੋ ਬਹੁਤਾ ਲੰਮਾ ਨਾ ਦੱਸਿਓ, ਜਿੰਨਾ ਕੁ
ਜਿੰਨਾ ਦੱਸ ਸਕਦੇ ਦੱਸਿਓ। ਅਸੀਂ ਉਹ ਗੱਲ ਨੂੰ ਇੱਥੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਉਸ ਤੋਂ ਅਗਲੇ ਪ੍ਰੋਗਰਾਮ 'ਚ ਸ਼ੇਅਰ ਜ਼ਰੂਰ ਕਰਾਂਗੇ ਸਾਰੇ ਆਪਦੇ ਦਰਸ਼ਕਾਂ ਦੇ ਨਾਲ। ਕਿੰਨਾ ਚੰਗਾ ਹੋਵੇ ਉਹ ਲੋਕ ਜੇ ਉਹ ਪੰਜਾਬੀ ਸੱਥ ਦੇ ਵਿੱਚ ਬੈਠੇ ਭੈਣ ਭਰਾ ਜਿਹੜੇ ਆਪਦੇ ਪਿੰਡ ਨੂੰ, ਆਪਦੀ ਜੰਮਣ ਭੌਂ ਨੂੰ ਯਾਦ ਰੱਖਦੇ, ਚੇਤੇ ਰੱਖਦੇ ਆ, ਉਹਦੇ ਪਿੱਛੇ ਲੌਜਿਕ ਦਿੰਦੇ, ਕਾਰਨ ਦਿੰਦੇ ਕਿ ਕਿਉਂ ਚੇਤੇ ਆ ਮੈਨੂੰ। ਭਾਵੇਂ ਉਹਨਾਂ ਨੂੰ ਆਇਆਂ ਨੂੰ ਅਜੇ 4 ਸਾਲ ਹੋਏ ਆ ਤੇ ਭਾਵੇਂ 40 ਸਾਲ ਹੋ ਗਏ। 40 ਸਾਲ ਪਹਿਲਾਂ ਵੀ ਇੱਥੇ ਆਏ ਸੀ, 70 72 71 ਵਿੱਚ 50 ਸਾਲ ਪਹਿਲਾਂ ਵੀ ਆਏ ਸੀ ਲੋਕ। ਜਿਹੜੇ ਉਹ ਆਏ ਸੀ ਉਹ ਅੱਜ ਉਮਰ ਦੇ ਅਖੀਰਲੇ ਪੜਾਵਾਂ 'ਚ ਬੈਠੇ ਆ। ਜਿਹੜੇ ਉਸ ਵੇਲੇ ਆਏ ਸੀ 70 72 ਵਿੱਚ ਆਏ ਸੀਗੇ, ਉਹਨਾਂ ਨੇ ਅੱਧੀ ਸਦੀ ਇੱਥੇ ਗੁਜ਼ਾਰ ਦਿੱਤੀ। ਇੱਥੋਂ ਦਾ ਕੀ ਉਹਨਾਂ ਦਾ ਤਜਰਬਾ, ਕੀ ਪ੍ਰਾਪਤੀਆਂ, ਕੀ ਉਹਨਾਂ ਨੂੰ ਚੰਗਾ ਲੱਗਾ ਤੇ ਕੀ ਨਹੀਂ ਚੰਗਾ ਲੱਗਾ, ਜਾਂ ਜਦੋਂ ਚੰਗਾ ਨਹੀਂ ਲੱਗਦਾ ਜਾਂ ਚੰਗਾ ਲੱਗਦਾ ਤਾਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਕਿਸੇ ਦੇ ਨਾਲ, ਮੁਕਾਬਲਾ ਕਰਦੇ ਹਾਂ। ਉਹ ਮੁਕਾਬਲਾ ਤਾਂ ਤੁਹਾਨੂੰ ਫਿਰ ਜਿੱਦਾਂ ਬੱਲਾਂ ਨਾਲ ਹੀ ਕਰਨਾ ਪੈਣਾ ਨਾ ਜੀ। ਤੁਸੀਂ ਕਿਹੜੇ ਪਿੰਡ ਦੇ ਹੋ, ਤੁਸੀਂ ਮੋਗੇ ਦੇ ਨੇੜੇ ਕਿਸੇ ਪਿੰਡ ਦੇ ਹੋ, ਨਵਾਂ ਸ਼ਹਿਰ ਦੇ ਨੇੜੇ ਦੇ ਕਿਸੇ ਪਿੰਡ ਦੇ ਹੋ, ਆਦਮਪੁਰ ਦੇ ਇਲਾਕੇ ਦੇ ਹੋ, ਰੋਪੜ ਦੇ ਹੋ ਜਾਂ ਫਿਰ ਬਠਿੰਡੇ ਦੇ, ਕਿਸੇ ਪਾਸੇ ਦੇ ਵੀ, ਕਿਸੇ ਪਿੰਡ ਦੇ ਵੀ ਹੋ, ਤੁਹਾਨੂੰ ਪਿੰਡ ਦੀ ਮਿੱਟੀ ਨਾਲ ਮੋਹ ਹੈ, ਉੱਥੋਂ ਦੀ ਜੂਹ ਨਾਲ ਮੋਹ ਹੈ, ਉੱਥੋਂ ਦੇ ਲੋਕਾਂ ਨਾਲ ਮੋਹ ਹੈ। ਤੁਹਾਨੂੰ ਚੇਤੇ ਹੋਣਾ ਤੁਸੀਂ ਕਿਹੜੇ ਸਕੂਲ ਪੜ੍ਹੇ, ਤੁਰ ਕੇ ਜਾਂਦੇ ਸੀ, ਨੰਗੇ ਪੈਰੀ, ਜਾਂ ਉਹ ਕੈਂਚੀ ਦੀਆਂ ਚੱਪਲਾਂ ਹੁੰਦੀਆਂ ਸੀ। ਬਿਲਕੁਲ ਗੱਲਾਂ ਕਰੋ ਖੁੱਲ੍ਹ ਕੇ ਗੱਲਾਂ ਕਰੋ ਕਿ ਬੜਾ ਆਨੰਦ ਆਏਗਾ। ਉਹ ਆਨੰਦ ਮੇਰੀ ਇਸ ਚੋਭ ਨਾਲ ਤੇ ਬਲ ਸਾਹਿਬ ਵੱਲੋਂ ਬੱਲਾਂ ਦੀ ਕਵਿਤਾ ਨਾਲ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਜੀ। ਵੇਖੋ, ਅਸੀਂ ਕਹਿੰਦੇ ਕਿ ਪਿਛੋਕੜ ਜਿਹੜਾ ਭੁੱਲ ਗਿਆ ਨਾ, ਨੋਰਮਲੀ ਇੱਕ ਅਸੀਂ ਦਰਖਤ ਦੀ ਉਦਾਹਰਨ ਦਿੰਦੇ ਹੁੰਦੇ ਵੀ ਜਿਸ ਦਰਖਤ ਨੇ ਆਪਣੀ ਜੜ੍ਹਾਂ ਛੱਡਤੀਆਂ, ਉਹ ਅੱਜ ਵੀ ਨਹੀਂ ਤੇ ਕੱਲ੍ਹ ਵੀ ਨਹੀਂ। ਬਿਲਕੁਲ। ਵੀ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ, ਤੇ ਉਹ ਅੱਜ ਵੀ ਨਹੀਂ ਤੇ ਕੱਲ੍ਹ ਵੀ ਨਹੀਂ। ਤੇ ਇੱਕ ਛੋਟਾ ਜਿਹਾ ਵੈਸੇ ਸੰਦੇਸ਼ ਨਹੀਂ ਇਹਨੂੰ ਅਸੀਂ ਕਹਿ ਸਕਦੇ, ਬੇਨਤੀ ਹੈ ਜੀ ਸਾਡੇ ਵੱਲੋਂ। ਇਹ ਖੁੱਲੀ, ਕਈ ਵਾਰ ਲੋਕੀ ਕਹਿੰਦੇ ਕਿ ਖੁੱਲੀ ਕਵਿਤਾ ਹੁੰਦੀ। ਖੁੱਲੀ ਕਵਿਤਾ ਦਾ ਮਤਲਬ ਹੁੰਦਾ ਵੀ ਜੋ ਮਰਜ਼ੀ ਫੜ ਲਓ, ਜੋ ਮਰਜ਼ੀ ਛੱਡ ਲਓ। ਉਹ ਜਿਹੜਾ ਤੁਸੀਂ ਕਰਦੇ ਨਾ ਅੱਖਰ ਨਾਲ ਅੱਖਰ ਜੋੜਨ ਵਾਲੀ ਗੱਲ, ਉਹ ਨਹੀਂ ਹੁੰਦਾ ਵੀ ਜੋ ਮਰਜ਼ੀ ਬੋਲਦੇ। ਹਾਂਜੀ, ਉਹ ਅਸਲ ਉਹ ਕਾਵ ਦੇ ਤਰੀਕੇ ਨੇ ਜੀ। ਕਵਿਤਾ ਹੁੰਦੀ ਇੱਕ ਸੰਗੀਤਕ ਪੱਖ ਹੁੰਦਾ। ਖੁੱਲੀ ਕਵਿਤਾ ਵੀ ਬਹੁਤ ਲਿਖੀ ਗਈ ਹੈ, ਬਹੁਤ ਸਿਲਾਈ ਵੀ ਗਈ ਹੈ। ਚੰਗੇ ਵੱਡੇ ਸ਼ਾਇਰਾਂ ਨੇ ਇਹ ਖੁੱਲੀ ਕਵਿਤਾ ਲਿਖੀ ਆ, ਪਪੂਲਰ ਹੋਈ ਹੈ, ਨੋ ਡਾਊਟ। ਹਾਂ, ਲੇਕਿਨ ਉਹਦੇ 'ਚ ਵੀ ਪੈਰਾਮੀਟਰ ਹੁੰਦੇ ਜੀ ਜਿਹਨਾਂ ਦਾ ਅਸੀਂ ਮੈਂ ਤਾਂ ਕਦੀ ਨਹੀਂ ਖਿਆਲ ਰੱਖਿਆ। ਬਾਕੀ ਰੱਖਦੇ ਹੁਣ ਮੇਰੇ ਵੀਰ ਤਾਂ ਮੈਂ ਕਹਿ ਨਹੀਂ ਸਕਦਾ। ਉਹ ਵੀ ਤੁਹਾਡੇ ਨਾਲ ਗੱਲ ਕਰਾਂਗੇ। ਲੇਕਿਨ ਪਹਿਲਾਂ ਇਹ ਕਿ ਕਲਮਾਂ ਦੀ ਮਾਰ ਜਿਹੜੀ ਹੁੰਦੀ ਹੈ ਨਾ, ਜਿਵੇਂ ਅਸੀਂ ਹੁਣ ਕੀਤੀ ਕਿ ਜਿਵੇਂ ਸਜ਼ਾ ਹੋ ਜਾਂਦੀ ਹੈ ਜਾਂ ਕੁਛ ਹੁੰਦਾ, ਉਹ ਵੀ ਕਲਮਾਂ ਦੀ ਮਾੜੀ ਮਾਰ ਮਿੱਤਰੋ, ਤੇ ਖੰਭਾਂ ਤੋਂ ਬਣਾਉਣੀ ਮਾੜੀ ਡਾਰ ਮਿੱਤਰੋ। ਇਹ ਦੋਵੇਂ ਚੀਜ਼ਾਂ ਮਾੜੀਆਂ ਨੇ। ਲੇਕਿਨ ਮੈਂ ਇੱਕ ਬੇਨਤੀ ਕਰਾਂਗਾ ਕਿ ਉਹ ਅੱਲਾ ਵਾਲਿਓ, ਉਹ ਰਾਮ ਵਾਲਿਓ, ਉਹ ਵਾਹਿਗੁਰੂ ਵਾਲਿਓ, ਉਹ ਕਦੀ ਸੋਚਿਆ ਜੇ ਕਿੱਧਰ ਨੂੰ ਤੁਰ ਪਏ ਆ। ਬੜਾ ਤਕੜਾ ਲਾਂਭਾ ਜਿਹਾ ਦੇਣ ਲੱਗੇ ਤੁਸੀਂ ਲੱਗਦੇ ਮੈਨੂੰ। ਤਿੰਨਾਂ ਕਮਿਊਨਿਟੀਆਂ ਨੂੰ ਜੀ ਲਾਂਭਾ ਨਹੀਂ ਮੈਂ ਦੇ ਰਿਹਾ ਜੀ, ਝੰਜੋੜ ਰਹੇ ਹੋ। ਲਾਂਭਾ ਨਹੀਂ ਮੈਂ ਦੇ ਰਿਹਾ, ਮੈਂ ਆਪਣੇ ਭਰਾਵਾਂ ਨੂੰ ਕਹਿ ਰਿਹਾ, ਆਪਣੀਆਂ ਭੈਣਾਂ ਨੂੰ ਕਹਿ ਰਿਹਾ ਵੀ ਅੱਲਾ ਵਾਲਿਓ, ਉਹ ਰਾਮ ਵਾਲਿਓ, ਉਹ ਵਾਹਿਗੁਰੂ ਵਾਲਿਓ, ਕਦੀ ਸੋਚਿਆ ਜੇ ਕਿੱਧਰ ਨੂੰ ਤੁਰ ਪਏ ਆ। ਉਹ ਆਂਦਾ ਰੱਬ ਨੇ ਜੀ ਹਵਾ ਪਾਣੀ ਧਰਤੀ ਤੁਹਾਡੇ ਇਕੱਲਿਆਂ ਨੇ ਨਹੀਂ ਸੀ ਬਣਾਈ, ਜੋ ਬਰਬਾਦ ਕਰਨ ਨੂੰ ਤੁਰ ਪਏ ਆ। ਬਿਲਕੁਲ। ਰੁੱਖ ਕੱਲੀ ਹਵਾ ਹੀ ਸਾਫ਼ ਨਹੀਂ ਕਰਦੇ, ਬਲਕਿ ਪੰਛੀਆਂ ਦਾ ਟਿਕਾਣਾ ਤੁਹਾਡੇ ਲਈ ਫਲ ਫੁੱਲ ਤੇ ਛਾਂ ਦਿੰਦੇ ਨੇ। ਬਹੁਤ ਖੂਬ। ਪਾਣੀ ਜਿਸ ਤੇ ਪਸ਼ੂ ਪੰਛੀਆਂ ਰੁੱਖਾਂ ਤੇ ਹਰ ਜੀਵ ਜੰਤੂ ਦਾ ਹੱਕ ਆ, ਤੇ ਤੁਸੀਂ ਆਪਣਾ ਹੀ ਹੱਕ ਉੱਤੇ ਜਮਾ ਕੇ ਬਹਿ ਗਏ ਜੀ। ਬਿਲਕੁਲ। ਤੁਹਾਡੇ ਬਾਬੇ ਨਾਨਕ ਨੇ ਤੇ ਇਹ ਗੱਲ ਕਹੀ ਸੀ ਕਿ ਹੱਕ ਪਰਾਇਆ ਨਾਨਕਾ, ਉਹ ਸੂਰ ਗਾਏ, ਉਹ ਸੂਰ ਉਸ ਗਾਏ। ਪਰ ਮੈਨੂੰ ਲੱਗਦਾ ਜਾਂ ਤੁਸੀਂ ਬਾਬੇ ਨਾਨਕ ਨੂੰ ਭੁੱਲ ਗਏ ਜੀ, ਜਾਂ ਉਸ ਬਾਣੀ ਦਾ ਤੁਹਾਡੇ ਤੇ ਅਸਰ ਹੀ ਕੋਈ ਨਹੀਂ। ਦੋਨੋਂ ਗੱਲਾਂ ਸੰਭਵ ਆ। ਹਾਂਜੀ। ਸਿੱਖੋ, ਮੈਂ ਹਿੰਦੂ ਵੀਰਾਂ ਨੂੰ ਵੀ ਕਹਾਂਗਾ ਸਾਰਿਆਂ ਨੂੰ, ਕਿਉਂਕਿ ਭਗਵਤ ਗੀਤਾ ਤੇ ਕੁਰਾਨ 'ਚ ਕਿਤੇ ਇਹ ਨਹੀਂ ਲਿਖਿਆ ਕਿ ਤੁਸੀਂ ਬਰਬਾਦੀ ਕਰ ਦਿਓ, ਕਿਤੇ ਕੁਛ ਨਹੀਂ ਲਿਖਿਆ। ਉੱਥੇ ਭਲਾ ਮੰਗਿਆ ਹਰ ਇੱਕ ਦਾ। ਤੇ ਸਿੱਖੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹਦੇ ਤੇ ਅਮਲ ਆਪਾਂ ਕਦੋਂ ਕਰਨਾ, ਕਦੋਂ ਕਰੋਗੇ ਇਹ ਤੇ ਅਮਲ? ਉਹ ਗੁਰੂ ਵਾਲਿਓ, ਸਿਰਫ ਛਬੀਲਾਂ ਲੰਗਰ ਤੇ ਦਲੀਲਾਂ ਇਹਦੇ ਜੋਗੇ ਨਾ ਰਹਿ ਜਾਈਏ। ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਉਹ ਦੇ ਕੇ ਜਾਈਏ ਕਿ ਨਾ ਉਹਨਾਂ ਨੂੰ ਛਬੀਲਾਂ ਦੀ ਲੋੜ ਪਵੇ, ਨਾ ਦਲੀਲਾਂ ਦੀ ਲੋੜ ਪਵੇ, ਤੇ ਲੰਗਰ ਤੇ ਗੁਰੂ ਦਾ ਆ, ਇਹ ਚੱਲਦਾ ਹੀ ਰਹਿਣਾ। ਉਹ ਅੱਲਾ ਵਾਲਿਓ, ਰਾਮ ਵਾਲਿਓ, ਵਾਹਿਗੁਰੂ ਵਾਲਿਓ, ਕਦੀ ਸੋਚਿਆ ਜੇ ਅਸੀਂ ਕਿੱਧਰ ਨੂੰ ਤੁਰ ਪਏ ਹਾਂ? ਬਹੁਤ ਖੂਬ। ਬੜਾ ਹਲੂਣਵੀਂ ਕਵਿਤਾ ਤੁਹਾਡੀ। ਥੋੜ੍ਹੇ ਜਿਹੇ ਸ਼ਬਦਾਂ 'ਚ ਅਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਹੈਗੀਆਂ।
ਬਲ ਸਾਹਿਬ, ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਇਹੋ ਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਜਿਨ੍ਹਾਂ ਤੇ ਬਹੁਤ ਵੱਡੇ ਕਿੰਤੂ ਪਰੰਤੂ ਹੋਏ ਆ, ਹਾਂਜੀ। ਹੋਣੇ ਚਾਹੀਦੇ। ਬਿਲਕੁਲ ਬਿਲਕੁਲ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਦੇ ਨਾਲ ਹਿਰਦੇ ਵਲੂੰਦਰੇ ਜਾਂਦੇ। ਜੀ। ਹਿਰਦੇ ਉਦੋਂ ਨਹੀਂ ਵਲੂੰਦਰ ਜਾਂਦੇ ਜਦੋਂ ਇੱਕ ਧਰਮ ਦੇ ਲੋਕ ਦੂਜੇ ਧਰਮ ਦੇ ਲੋਕਾਂ ਨਾਲ ਲੜਦੇ, ਉਦੋਂ ਵੀ ਵਲੂੰਦਰੇ ਜਾਂਦੇ ਆ ਜਦੋਂ ਅਨਿਆਈ ਮੌਤੇ ਮਾਸੂਮ ਜਿੰਦਾਂ ਜਿਹੜੀਆਂ ਉਹ ਮਰ ਜਾਂਦੀਆਂ। ਬਿਲਕੁਲ ਜੀ ਬਿਲਕੁਲ। ਤੁਸੀਂ ਪਵਨ ਦੀ ਗੱਲ, ਪਾਣੀ ਦੀ ਗੱਲ ਕੀਤੀ ਹੈ। ਅਸੀਂ ਸੱਚੀ ਮੁੱਚੀ ਬੇਧਿਆਨੇ ਹੋਏ ਪਏ ਹਾਂ। ਜਾਣ ਬੁੱਝ ਕੇ ਵੀ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ। ਇਹ ਗੱਲਾਂ ਸੋਚਣ ਵਾਲੀਆਂ, ਵਿਚਾਰਨ ਵਾਲੀਆਂ। ਸੱਥ ਵਿੱਚ ਬੈਠ ਕੇ ਅਸੀਂ ਇੱਕ ਕਿਸਮ ਦਾ ਤੁਹਾਨੂੰ ਹੁਲਾਰਾ ਦਿੰਦੇ ਹਾਂ, ਤੁਹਾਨੂੰ ਚੋਭਾਂ ਲਾਉਂਦੇ ਹਾਂ ਕਿ ਅੰਦਰ ਝਾਤੀ ਮਾਰੀਏ ਅਸੀਂ ਕੀ ਕਰ ਰਹੇ ਹਾਂ, ਕਿੱਧਰ ਨੂੰ ਜਾ ਰਹੇ ਹਾਂ। ਜੇ ਅੱਜ ਵੀ ਨਾ ਸੋਚਿਆ ਤੇ ਸ਼ਾਇਦ ਸੋਚਣ ਦਾ ਮੁੜ ਕੇ ਮੌਕਾ ਆਉਣਾ ਹੀ ਨਹੀਂ। ਬਿਲਕੁਲ ਜੀ। ਅਸੀਂ ਜਨੇਊ ਤਿਲਕ ਤੇ ਪੱਗਾਂ ਵਾਲੇ ਸਾਂ। ਅਸੀਂ ਕਦੀ ਨਹੀਂ ਸੀ ਸੁਣਿਆ ਕਿ ਅਸੀਂ ਲੱਗਦੀਆਂ ਅੱਗਾਂ ਵਾਲੇ ਸਾਂ। ਕੀ ਬਾਤ ਹੈ। ਵੀ ਅਸੀਂ ਧੂਆਂ ਰੌਲੀ ਦੇ ਇਹਦੀ ਥੋੜ੍ਹਾ ਜਿਹਾ ਅੱਗੇ ਲੰਬੀ ਸੀ, ਥੋੜ੍ਹੀ ਮੈਂ ਕਿਹਾ ਕਾਫੀ ਲੰਬੀ ਹੋ ਜਾਣੀ ਆ, ਕਿ ਅਸੀਂ ਧੂਆਂ ਰੌਲੀ ਦੇ ਵਿੱਚ ਕਦੀ ਵੀ ਆਪਣਿਆਂ ਤੇ ਬਗਾਨਿਆਂ ਦਾ ਨੁਕਸਾਨ ਕਰਨ ਵਾਲੇ ਨਹੀਂ ਸਾਂ। ਉਹ ਅੱਲਾ ਵਾਲਿਓ, ਉਹ ਰਾਮ ਵਾਲਿਓ, ਉਹ ਵਾਹਿਗੁਰੂ ਵਾਲਿਓ, ਕਦੀ ਸੋਚਿਆ ਜੀ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਬਹੁਤ ਖੂਬ, ਬਹੁਤ ਖੂਬ। ਬੜੀ ਮਿਹਰਬਾਨੀ ਤੁਹਾਡੀ ਬਲ ਸਾਹਿਬ। ਸਮਾਂ ਇਜਾਜ਼ਤ ਨਹੀਂ ਦਿੰਦਾ ਆਪਾਂ ਨੂੰ ਹੋਰ। ਨਹੀਂ ਬਿਲਕੁਲ, ਮੈਂ ਤਾਂ ਇਸ ਕਵਿਤਾ ਨੂੰ ਵਿਸਥਾਰ ਨਾਲ ਅਗਲੇਰੇ ਕਿਸੇ ਪ੍ਰੋਗਰਾਮ ਵਿੱਚ ਦੁਬਾਰਾ ਆਪਾਂ ਆਪਦੇ ਸਾਥ 'ਚ ਬੈਠੇ ਸੱਜਣਾ ਮਿੱਤਰਾਂ ਨਾਲ ਸਾਂਝੀ ਕਰਾਂਗੇ। ਤੁਹਾਨੂੰ ਇਹ ਪ੍ਰੋਗਰਾਮ ਸਾਡਾ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਹਲਕੀਆਂ ਫੁਲਕੀਆਂ ਗੱਲਾਂ ਵੀ, ਕੁਝ ਸੰਜੀਦਾ ਗੱਲਾਂ ਨਾਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗੱਲਾਂ। ਅਸੀਂ ਸਾਡਾ ਮਕਸਦ ਤੁਹਾਡਾ ਮਨੋਰੰਜਨ ਕਰਨਾ ਨਹੀਂ ਹੈ। ਅਸੀਂ ਮਨੋਰੰਜਨ ਨਹੀਂ ਕਰ ਰਹੇ। ਅਸੀਂ ਕੋਈ ਸਾਜ਼ ਨਹੀਂ ਵਜਾ ਰਹੇ, ਕਤੂੰਬੀ ਨਹੀਂ ਵਜਾ ਰਹੇ। ਅਸੀਂ ਤੁਹਾਡੀਆਂ ਗੱਲਾਂ ਤੁਹਾਡੇ ਨਾਲ ਕਰ ਰਹੇ। ਅਸਲ ਵਿੱਚ ਗੱਲਾਂ ਤੁਸੀਂ ਵੀ ਕਰਨੀਆਂ ਚਾਹੁੰਦੇ, ਪਰ ਕਹਿੰਦੇ ਹੁੰਦੇ ਨਾ ਵੀ ਕੋਈ ਗੱਲ ਕਰ ਸਕਦਾ, ਕੋਈ ਦਿਲ ਵਿੱਚ ਹੀ ਰੱਖ ਲੈਂਦਾ। ਅਸੀਂ ਦਿਲ 'ਚ ਨਹੀਂ ਰੱਖਦੇ, ਅਸੀਂ ਮੂੰਹ 'ਤੇ ਕਰ ਦਿੰਦੇ ਹਾਂ। ਫਿਰ ਵੀ ਸਾਨੂੰ ਤੁਹਾਡੇ ਵੱਲੋਂ ਹੁੰਗਾਰੇ, ਵੱਡੇ ਹੁੰਗਾਰੇ ਦੀ ਜਿਹੜੀ ਆ ਉਹ ਉਮੀਦ ਹੈ। ਇਹ ਹੁੰਗਾਰਾ ਬਲ ਸਾਹਿਬ ਆਉਂਦਾ ਰਹਿਣਾ ਚਾਹੀਦਾ। ਇਹ ਹਵਾ ਦੇ ਬੁੱਲੇ ਆਉਂਦੇ ਰਹਿਣੇ ਚਾਹੀਦੇ ਆ। ਸਾਡੇ ਸਾਥ 'ਤੇ ਬੈਠੇ ਵਜ਼ੀਰ ਭੈਣਾਂ ਕੀ ਸੋਚਦੇ ਆ ਸਾਰੇ ਕੁਛ ਬਾਰੇ। ਜੀ ਜੀ। ਨਹੀਂ ਤਾਂ ਉਹੀ ਗੱਲ ਹੋ ਜਾਏਗੀ ਜੀ, ਉੱਤੋਂ ਪੈ ਗਈ ਰਾਤ ਤੇ ਸਾਡੀ ਮੁੱਕੀ ਬਾਤ। ਉਹਨਾਂ ਨਾਲ ਗੱਲ ਹੋ ਜਾਏ ਵੀ ਬਾਤ ਹੀ ਮੁਕਾ ਦਈਏ, ਵੀ ਐਵੇਂ ਕਹੀਏ ਵੀ ਚਲੋ ਤੁਹਾਡਾ ਤਾਂ ਇੰਨਾ ਜ਼ਿਆਦਾ ਇੰਟਰਸਟ ਨਹੀਂ। ਕਿਉਂਕਿ ਸਿਆਣੇ ਕਹਿੰਦੇ ਕਿ ਜੇ ਬੱਚਾ ਥੋੜ੍ਹਾ ਬਹੁਤਾ ਵੀ ਰੋਵੇ ਤਾਂ ਮਾਂ ਦਾ ਇੰਟਰਸਟ ਜਾਗ ਪੈਂਦਾ। ਤੇ ਜਾਂ ਉਹ ਕਹੀਏ ਕਿ ਜੇ ਪਬਲਿਕ ਦੇ ਵਿੱਚ ਥੋੜ੍ਹਾ ਬਹੁਤਾ ਰੌਲਾ ਹੋਵੇ ਤੇ ਹਰ ਘਰ ਦਾ ਥੋੜ੍ਹਾ ਬਹੁਤਾ ਧਿਆਨ ਚਲੇ ਜਾਂਦਾ ਵੀ ਕਿਹੜੀ ਗੱਲ ਦਾ ਰੌਲਾ। ਇਸ ਕਰਕੇ ਤੁਹਾਡੇ ਰੌਲੇ ਦੀ ਲੋੜ ਆ ਜੀ। ਤੁਹਾਡੇ ਵੱਲੋਂ ਸਾਨੂੰ ਆਸ ਹੋਣੀ ਚਾਹੀਦੀ ਆ ਕਿ ਤੁਸੀਂ ਹਰ ਗੱਲ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਪੋਜ਼ਿਟਿਵ ਮਤਲਬ ਕੱਢ ਕੇ ਸਾਨੂੰ ਦੱਸੋਗੇ ਜੀ ਐ ਨਾ ਐ ਕਰੋ, ਐ ਨਾ ਐ ਕਰੋ। ਕਿਉਂਕਿ ਅਸੀਂ ਕਦੀ ਵੀ ਸਿਆਣੇ ਨਹੀਂ ਤੇ ਨਾ ਸਿਆਣੇ ਹੋਣ ਦੀ ਤੁਹਾਡੇ ਪ੍ਰਤੀ ਕੋਸ਼ਿਸ਼ ਕਰਨੀ ਆ। ਸਿੱਖਣ ਆਏ ਆ, ਸਿੱਖਦੇ ਰਹਾਂਗੇ। ਕਿਉਂਕਿ ਐਜੇ ਮਾੜਾ ਮੋਟਾ ਜੋ ਮੈਂ ਲਿਖਦਾ ਸਾਰਾ ਕੁਝ ਹੀ ਸਿੱਖਦਾ ਜੀ। ਮੈਂ ਕਦੀ ਵੀ ਨਹੀਂ ਇਹ ਸੋਚਿਆ ਕਿ ਮੈਂ ਅੱਜ ਲਿਖ ਲਿਆ, ਉਹਨੂੰ ਮੈਂ ਕਦੀ ਆਖਰੀ ਨਹੀਂ ਕਰਦਾ ਜੀ। ਸਾਡੀ ਗੱਲ ਅੰਤਮ ਗੱਲ ਨਹੀਂ ਹੈ ਜੀ। ਤੁਹਾਡੇ ਕੀ ਵਿਚਾਰ ਹੈ, ਤੁਹਾਡੇ ਵਿਚਾਰਾਂ ਦੀ ਸਾਨੂੰ ਹਮੇਸ਼ਾ ਹੀ ਉਡੀਕ ਰਹੇਗੀ। ਬਹੁਤ ਬਹੁਤ ਮਿਹਰਬਾਨੀ ਬਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ। ਧੰਨਵਾਦ ਜੀ ਸਾਰਿਆਂ ਦਾ।